ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਬੋਲਣ ਦੀ ਆਜ਼ਾਦੀ ਉੱਤੇ। ਫਰੀडम जिस ਨੂੰ ਕਹਿੰਦੇ ਨੇ ਕਿ ਅਸੀਂ ਕਿਸੇ ਮਸਲੇ ਦੇ ਉੱਤੇ ਬੋਲਣਾ ਹੋਵੇ ਤਾਂ ਅੱਜ ਕੱਲ੍ਹ ਜਿਹੜਾ ਉਹ ਜ਼ੁਬਾਨਬੰਦੀ ਜਿਹੜੀ ਆ ਉਹ ਬਹੁਤ ਛੇਤੀ ਹੋ ਜਾਂਦੀ ਹੈ, ਭਾਵੇਂ ਉਹ ਯੂਆਪਾ ਦੇ ਨਾਲ ਹੋਵੇ, ਭਾਵੇਂ ਕਾਨੂੰਨ ਦੀਆਂ ਹੋਰ ਧਾਰਾਵਾਂ ਦੇ ਤਹਿਤ। ਜਿਸ ਤਰੀਕੇ ਨਾਲ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ, ਪਹਿਲਾਂ ਉੱਥੇ ਸਵਾਲ ਉੱਠੇ। ਟੂਲ ਕਿਟ ਦਾ ਮਾਮਲਾ, ਅਦਾਲਤ ਦੇ ਵਿੱਚੋਂ ਫਟਕਾਰ ਲੱਗੀ ਹੈ ਸਰਕਾਰ ਨੂੰ। ਬੋਲਣ ਦੀ ਆਜ਼ਾਦੀ ਦੇ ਵਿੱਚ ਫਰੀडम ਆਫ ਸਪੀਚ ਦੀ ਜਦੋਂ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਕਪਿਲ ਮਿਸ਼ਰਾ ਕੀ ਕਹਿੰਦੇ ਨੇ ਕਿ ਉਹਨਾਂ ਨੂੰ ਅਜਿਹੇ ਬੋਲਣ ਦੀ ਆਜ਼ਾਦੀ ਹੈ, ਉੱਥੇ ਕਾਨੂੰਨ ਕੀ ਕਹਿੰਦਾ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਦੇ ਨਤੀਜੇ ਸਾਨੂੰ CAA NRC ਜਿਹੜੇ ਅੰਦੋਲਨ ਦੇ ਦੌਰਾਨ ਉਸ ਤੋਂ ਬਾਅਦ ਜਿਹੜੇ ਭੁਗਤਣੇ ਪਏ, ਹਿੰਸਕ ਕਾਰਵਾਈਆਂ ਹੋਈਆਂ, ਕਈਆਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ, ਉਸ ਤੋਂ ਬਾਅਦ ਜੋ ਕੁਝ ਹੋਇਆ, ਸਭ ਦੇ ਉੱਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ 'ਚ। ਸ਼ੁਕਰੀਆ ਜੀ, ਬਹੁਤ ਬਹੁਤ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਬੋਲਣ ਦੀ ਆਜ਼ਾਦੀ ਦੀ ਜਦੋਂ ਗੱਲ ਕਰਦੇ ਹਾਂ, ਟੂਲ ਕਿਟ ਜਿਹਨੂੰ ਦੇਖ ਕੇ ਸਰਕਾਰ ਇੰਨਾ ਘਬਰਾ ਗਈ ਕਿ ਇੱਕ 21-22 ਸਾਲ ਦੀ ਨੌਜਵਾਨ ਕੁੜੀ ਨੂੰ ਅੰਦਰ ਕਰ ਦਿੱਤਾ। ਹੁਣ ਅਦਾਲਤ ਤੋਂ ਫਟਕਾਰ ਪਈ ਹੈ, ਉਹ ਥੋੜਾ ਦੱਸਿਓ ਕਿ ਕਿਸ ਤਰੀਕੇ ਨਾਲ ਫਟਕਾਰ ਵੱਜੀ ਹੈ ਜ਼ੁਬਾਨਬੰਦੀ ਕਰਾਉਣ ਦੇ ਲਈ, ਜਿਹੜੀ ਸਰਕਾਰ ਵੱਲੋਂ ਜੋ ਕੁਝ ਵੀ ਕੀਤਾ ਜਾਂਦਾ, ਜੋ ਕੁਝ ਵੀ ਚਾਲਾਂ ਪੁਲਿਸ ਦੇ ਜ਼ਰੀਏ ਚਲਾਈਆਂ ਜਾਂਦੀਆਂ ਨੇ। ਦੇਖੋ ਸੁਖਵਿੰਦਰ ਜੀ, ਜਿਹੜੀ ਸਾਡੀ ਸਟੇਟ ਹੈ ਨਾ, ਉਹ ਫਟਕਾਰ ਇਸ ਕਰਕੇ ਜ਼ਿਆਦਾ ਪਈ ਹੈ ਕਿ ਇੰਡੀਅਨ ਸਟੇਟ ਹੈ ਜਿਹੜੀ, ਸਾਡੇ ਜਿਹੜੇ ਹੁਕਮਰਾਨ ਨੇ ਉਹ ਇੰਨੇ ਜ਼ਿਆਦਾ ਭੈਭੀਤ ਨੇ ਕਿ ਜੇ ਕੋਈ ਪੱਤਾ ਵੀ ਖੜਕੇ ਨਾ, ਉਹਨਾਂ ਨੂੰ ਡਰ ਲੱਗਦਾ ਵੀ ਸਾਡੀ ਕੁਰਸੀ ਗਈ, ਪਤਾ ਨਹੀਂ ਸਾਡਾ ਇਹ ਹਿੱਲ ਜਾਣਾ। ਹਰੇਕ ਗੱਲ 'ਚ ਰਾਸ਼ਟਰਵਾਦ, ਅੰਧ ਰਾਸ਼ਟਰਵਾਦ ਦੇ ਪਾਸੇ ਨੂੰ ਤੁਰੇ ਹੋਏ ਨੇ। ਤੇ ਉਹ ਨਾ ਤਾਂ ਇਨਸਾਫ ਦੀ ਗੱਲ ਕਰਦੇ ਨੇ, ਨਾ ਸੰਵਿਧਾਨ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਮਾਈ ਵਰਡ ਇਜ਼ ਰੂਲ ਆਫ ਲਾ। ਜੋ ਕਹਿ ਦਿੱਤਾ, ਇਹਨਾਂ ਦੇ ਹੁਣ ਤਾਂ ਵਕਤਾ ਵੀ ਕਹਿਣ ਲੱਗੇ ਕਿ ਮੋਦੀ ਸਾਹਿਬ ਨੇ ਕਹਿਤਾ ਜੀ। ਉਹ ਵਿਚਾਰਿਆਂ ਨੂੰ ਇੰਨਾ ਵੀ ਪਤਾ ਨਹੀਂ ਕਿ ਮੋਦੀ ਸਾਹਿਬ ਦਾ ਕਹਿਣਾ ਕੋਈ ਕਾਨੂੰਨ ਥੋੜ੍ਹਾ ਹੈ। ਮੋਦੀ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਨੇ। ਮੋਦੀ ਸਾਹਿਬ ਦੇ ਕਹਿਣੇ ਦੀ ਜੇ ਕੋਈ ਕੀਮਤ ਹੈ ਤਾਂ ਉਹ ਕੀਮਤ ਹੈ ਜਿਹੜੀ ਉਹ ਸਦਨ ਦੇ ਵਿੱਚ ਕਹਿਣ ਕਿ ਉਹਨਾਂ ਨੇ ਇਹ ਕਿਹਾ ਸੀ, ਕੋਈ ਪੁੱਛ ਸਕਦਾ ਹੈ। ਹਾਲਾਂਕਿ ਉਹ ਤੇ ਜ਼ਰੂਰੀ ਨਹੀਂ ਵੀ ਉਹਨੂੰ ਲਾਗੂ ਵੀ ਕਰਨ, ਪਰ ਉੱਥੇ ਕਹੇ ਦੀ ਕੋਈ ਵੈਲਿਊ ਹੈ। ਤੇ ਜਿਹੜਾ ਬਾਹਰ ਮੋਦੀ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਨੇ, ਤੇ ਫਿਰ ਉਹਨੂੰ ਆਪਾਂ ਮੰਨ ਲਈਏ ਵੀ ਉਹ ਸਾਰਾ ਕੁਝ ਕਾਨੂੰਨ ਬਣ ਗਿਆ। ਕਾਨੂੰਨ ਨਹੀਂ ਬਣਦਾ ਹੁੰਦਾ, ਵੱਡੀ ਤੋਂ ਵੱਡੀ ਅਥਾਰਟੀ ਵੀ ਕੋਈ ਕਾਨੂੰਨ ਨਹੀਂ ਹੁੰਦੀ। ਕਾਨੂੰਨ ਕੀ ਹੈ? ਕਾਨੂੰਨ ਕਿਸੇ ਜਗ੍ਹਾ ਤੋਂ ਸਾਨੂੰ ਤਾਕਤ ਮਿਲਦੀ ਹੈ। ਕੋਈ ਵਿਅਕਤੀ ਆਪਣੇ ਆਪ 'ਚ ਕਾਨੂੰਨ ਨਹੀਂ ਹੈ। ਕਾਨੂੰਨ ਸਾਡਾ ਸੰਵਿਧਾਨ ਹੈ। ਸਾਡਾ ਸੰਵਿਧਾਨ ਸਾਰਿਆਂ ਨੂੰ ਸ਼ਕਤੀ ਦਿੰਦਾ ਹੈ, ਚਾਹੇ ਉਹ ਐਗਜ਼ੈਕਟਿਵ ਹੈ, ਚਾਹੇ ਉਹ ਜੁਡੀਸ਼ਰੀ ਹੈ, ਚਾਹੇ ਉਹ ਇਨਵੈਸਟੀਗੇਟਿਵ ਤਫਤੀਸ਼ੀ ਏਜੰਸੀਆਂ ਨੇ, ਚਾਹੇ ਉਹ ਸਾਡੇ ਸਦਨ ਨੇ, ਚਾਹੇ MLA ਨੇ, MP ਨੇ, ਮਿਨਿਸਟਰ ਨੇ, ਜਾਂ ਕੋਈ ਹੋਰ ਜਿਹੜੇ ਸਰਕਾਰੀ ਕਰਮਚਾਰੀ ਨੇ, ਜਾਂ ਦੇਸ਼ ਦੇ ਨਾਗਰਿਕ ਨੇ, ਉਹਨਾਂ ਕੋਲ ਵੀ ਕੋਈ ਤਾਕਤ ਹੈ। ਉਹਨਾਂ ਨੂੰ ਵੀ ਇੱਕ ਪਾਵਰ ਦਿੰਦਾ ਹੈ ਸਾਡਾ ਸੰਵਿਧਾਨ। ਉਹ ਜਿਹੜੀ ਗੱਲ ਤੁਸੀਂ ਕਰੀ ਆ, ਉਹ ਪਾਵਰ ਹੈ ਬੋਲਣ ਦੀ ਆਜ਼ਾਦੀ, ਆਪਣੇ ਵਿਚਾਰ ਵਿਅਕਤ ਕਰਨ ਦੀ ਆਜ਼ਾਦੀ, ਆਪਣੇ ਘੁੰਮਣ ਫਿਰਨ ਦੀ ਆਜ਼ਾਦੀ, ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ। ਇਹ ਸਾਡਾ ਸੰਵਿਧਾਨ ਦਿੰਦਾ, ਉਹਦੇ ਰਾਈਟ ਨੇ। ਉਸ ਨੂੰ ਪਾਵਰ ਹੈ, ਇਹ ਰਾਈਟ ਪਾਵਰ ਹੀ ਹੈ ਨਾ, ਉਹਨੂੰ ਇਹ ਸ਼ਕਤੀ ਮਿਲਦੀ ਹੈ। ਉਹ ਜਿਹੜੀਆਂ ਸਰਕਾਰਾਂ ਉਸ ਸ਼ਕਤੀ ਨੂੰ, ਆਮ ਤੌਰ ਤੇ ਸਰਕਾਰਾਂ ਵੈਸੇ ਹੀ ਆਜ਼ਾਦੀ ਤੋਂ ਬੋਲਣ ਤੋਂ ਡਰਦੀਆਂ ਨੇ। ਹਾਲਾਂਕਿ ਬੋਲਣ ਦੀ ਜਿਹੜੀ ਆਜ਼ਾਦੀ ਹੈ ਤੇ ਵਿਚਾਰਾਂ ਦੀ ਆਜ਼ਾਦੀ ਹੈ, ਪੂਰਾ ਸੰਸਾਰ, ਜਦ ਤੋਂ ਇਹ ਸੰਸਾਰ, ਜਦ ਤੋਂ ਇਹ ਕਹਿ ਲਓ ਬ੍ਰਹਮੰਡ ਬਣਿਆ ਜਾਂ ਬ੍ਰਹਮੰਡ ਮੌਜੂਦਾ ਰੂਪ 'ਚ ਬਣਿਆ, ਉਦੋਂ ਤੋਂ ਵਿਚਾਰ ਜਦ ਮਨੁੱਖ ਨੇ ਸ਼ੁਰੂ ਕਰੇ ਵਿਅਕਤ ਕਰਨੇ, ਬੋਲੀ ਦੇ ਰਾਹੀਂ ਵਿਚਾਰ ਵਿਅਕਤ ਕਰਨੇ ਸ਼ੁਰੂ ਕਰੇ। ਜਦ ਬੋਲੀ ਆਈ, ਉਦੋਂ ਬਾਅਦ ਜਦ ਭਾਸ਼ਾ ਆਈ ਤੇ ਭਾਸ਼ਾ ਰਾਹੀਂ ਸ਼ੁਰੂ ਕਰੇ। ਉਹਨਾਂ ਵਿਚਾਰਾਂ ਦੇ ਭੇੜ ਨਾਲ ਆਲੇ ਦੁਆਲੇ ਨੂੰ ਦੇਖ ਕੇ ਜੋ ਕੁਝ ਵਾਪਰ ਰਿਹਾ ਹੁੰਦਾ ਹੈ, ਉਹਦੇ ਉੱਤੇ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਉਹ ਸਾਰੇ ਨੂੰ ਦੇਖ ਕੇ, ਉਹਨਾਂ ਨੂੰ ਮਿਲਾ ਕੇ ਇੱਕ ਨਵਾਂ ਫਿਰ ਹੋਰ ਤਰੀਕਾ ਲੱਭਦੇ ਨੇ ਵੀ ਗੱਲ ਠੀਕ ਕੀ ਹੈ। ਜੇ ਵਿਚਾਰਾਂ ਦਾ ਭੇੜ ਨਾ ਹੋਵੇ, ਜੇ ਆਲੇ ਦੁਆਲੇ ਨੂੰ ਆਬਜ਼ਰਵ ਕਰਨਾ ਨਾ ਹੋਵੇ, ਤੇ ਫਿਰ ਤਾਂ ਬੰਦਾ ਅੰਨਾ ਹੋ ਗਿਆ ਨਾ। ਸਾਨੂੰ 5 ਗਿਆਨ ਇੰਦਰੇ ਇਸੇ ਕਰਕੇ ਮਿਲੇ ਹੋਏ ਨੇ ਕਿ ਵੀ ਅਸੀਂ ਸੁਣੀਏ, ਬੋਲੀਏ, ਵੇਖੀਏ, ਤੇ ਜੋ ਸਾਨੂੰ ਛੋਹ ਨਾਲ ਪ੍ਰਾਪਤ ਹੋਵੇ ਉਹਦੇ ਰਾਹੀਂ ਸਾਨੂੰ ਪਤਾ ਲੱਗੇ ਤੇ ਸੁੰਘੀਏ। ਇਹ 5 ਗਿਆਨ ਇੰਦਰੇ ਐਵੇਂ ਨਹੀਂ ਹੈਗੇ, ਇਹ ਤਾਂ ਕੁਦਰਤ ਨੇ ਦਿੱਤੇ ਨੇ। ਸੋ ਇਹ 5 ਗਿਆਨ ਇੰਦਰਿਆਂ ਦੇ ਵਿੱਚੋਂ ਜਿਹੜਾ ਸਾਡਾ ਫਰੀडम ਆਫ ਸਪੀਚ ਹੈ, ਬੋਲਣ, ਤੇ ਦੂਜੇ ਨੂੰ ਦਿੱਤੀ ਹੈ ਡਿਊਟੀ ਸੁਣਨ ਦੀ। ਜਦ ਤੱਕ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ।
ਦੂਜੇ ਨੇ ਸੁਣਨਾ ਹੁੰਦਾ, ਪਰ ਸਾਡੀ ਸਟੇਟ ਸੁਣਦੀ ਨਹੀਂ ਹੈ। ਦਿਸ਼ਾ ਰਾਵੀ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੱਜ ਸਾਹਿਬ ਨੇ, ਰਾਣਾ ਜੀ ਨੇ ਫੈਸਲਾ ਦਿੱਤਾ ਹੈ, ਉਹਦੇ ਵਿੱਚ ਮੈਂ ਕਹਾਂਗਾ ਵੀ ਕੁਛ ਜਿਵੇਂ ਕਹਿੰਦੇ ਨਾ ਨੀਹਾਂ ਦੇ ਉੱਤੇ ਕੋਈ ਬਿਲਡਿੰਗ ਖੜੀ ਹੁੰਦੀ ਹੈ, ਤੇ ਨੀਹਾਂ ਕੀ ਹੁੰਦੀਆਂ ਨੇ? ਕਿਸੇ ਕਵੀ ਨੇ ਲਿਖਿਆ ਹੈ, ਪੱਕੀਆਂ ਸਿੱਧੀਆਂ ਨੀਹਾਂ ਉੱਤੇ ਪੱਕੀਆਂ ਹੋਣ ਤਮੀਰਾਂ, ਮਿੱਠੇ ਵੇਰ ਕਦੇ ਨਾ ਲੱਗਦੇ ਕਿੱਕਰਾਂ ਨਾਲ ਕਰੀਰਾਂ। ਪੱਕੀ ਨੀਂਹ ਹੋਣੀ ਜ਼ਰੂਰੀ ਹੈ। ਪੱਕੀ ਨੀਂਹ ਕਦ ਬਣਦੀ ਹੈ? ਉਹਦੇ ਵਿੱਚ ਜਦ ਉਹ ਪੱਥਰ ਪਾਏ ਜਾਂਦੇ ਨੇ ਜਿਹਨੂੰ ਦੁਰਮਟ ਨਾਲ ਕੁੱਟਿਆ ਜਾਂਦਾ ਹੈ। ਬਿਲਕੁਲ। ਉੱਤੇ ਤਾਂ ਪਿੱਡੀ ਇੱਟ ਲਾ ਕੇ ਵੀ ਰੰਗ ਕਰ ਦਿੰਦੇ ਨੇ, ਉਹ ਦੇਖਣ ਵਾਲੇ ਨੂੰ ਉਹੀ ਦਿਖਦੀ ਹੈ। ਅਸਲ 'ਚ ਉਹ ਬਿਲਡਿੰਗ ਉਸ ਨੀਂਹ ਤੇ ਖੜੀ ਹੁੰਦੀ ਹੈ ਜਿਨ੍ਹਾਂ ਨੇ ਦੁਰਮਟ ਝੱਲੇ ਹੁੰਦੇ ਨੇ, ਜਿਹੜੇ ਪੱਕੇ ਪੱਥਰ ਨੇ। ਸੋ ਇਹੋ ਜਿਹੇ ਇਨਸਾਨ ਸਮਾਜ ਦੇ ਵਿੱਚ ਹੁੰਦੇ ਨੇ ਜਿਹੜੇ ਕਿਸੇ ਸਮਾਜ ਨੂੰ ਅੱਗੇ ਲੈ ਕੇ ਜਾਂਦੇ ਨੇ, ਜਿਹੜੇ ਉਹ ਨੀਂਹ ਦਾ ਪੱਥਰ ਬਣਦੇ ਨੇ। ਉਹਦੇ ਵਿੱਚ ਜੱਜ ਸਾਹਿਬ ਵੀ ਜਿਨ੍ਹਾਂ ਨੇ ਇਹ ਕਰਿਆ, ਉਹਦੇ ਵਿੱਚ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਹੋਣਗੇ, ਉਹਦੇ 'ਚ ਬਹੁਤ ਸਾਰੇ ਬਿਊਰੋਕਰੇਟ ਵੀ ਹੋਣਗੇ, ਉਹਦੇ 'ਚ ਬਹੁਤ ਸਾਰੇ ਫੌਜੀ ਅਫਸਰ ਹੋਣਗੇ, ਉਹਦੇ 'ਚ ਹੋਰ ਏਜੰਸੀਆਂ ਦੇ ਬੰਦੇ ਹੋਣਗੇ, ਜਿਹੜੀਆਂ ਸਾਡੀਆਂ ਜਿੰਨੀਆਂ ਵੀ ਸਿਕਿਉਰਿਟੀ ਫੋਰਸਿਸ ਨੇ ਹੋਰ ਨੇ, ਉਹਦੇ ਵਿੱਚ ਸਰਕਾਰੀ ਮੁਲਾਜ਼ਮ ਹੋਣਗੇ, ਉਹਦੇ 'ਚ ਦੇਸ਼ ਦੇ ਨਾਗਰਿਕ ਹੋਣਗੇ, ਉਹਦੇ 'ਚ ਤਰ੍ਹਾਂ ਤਰ੍ਹਾਂ ਦੇ ਪ੍ਰੋਫੈਸ਼ਨਲ ਹੋਣਗੇ, ਹਰ ਤਰ੍ਹਾਂ ਦੇ ਉਹਦੇ 'ਚ ਪੱਤਰਕਾਰ ਹੋਣਗੇ, ਉਹਦੇ 'ਚ ਮੀਡੀਆ ਕਰਮੀ ਹੋਣਗੇ। ਹਰ ਪਾਸੇ ਸਾਨੂੰ ਕੁਛ ਬੰਦੇ ਉਹ ਮਿਲਦੇ ਨੇ ਜਿਹੜੇ ਨਿਰਭੈ ਨੇ, ਜਿਹੜੇ ਨਿਡਰ ਨੇ, ਜਿਹੜੇ ਮਨੁੱਖਤਾ ਦੇ ਹੱਕ ਦੀ ਗੱਲ ਕਰਨ ਦੇ ਵਿੱਚ ਝਿਜਕਦੇ ਨਹੀਂ। ਇਹ ਜੱਜ ਸਾਹਿਬ ਵੀ ਪਹਿਲੀ ਗੱਲ ਮੈਂ ਕਹਾਂਗਾ, ਮੈਂ ਵਧਾਈ ਦੇਵਾਂਗਾ ਇਸ ਗੱਲ ਦੀ ਵੀ ਇਹਨਾਂ ਨੇ ਦੇਸ਼ ਦੀ ਆਜ਼ਾਦੀ ਨੂੰ, ਇਹ ਮਨੁੱਖਤਾ ਦੀ ਇਕੱਲੀ ਆਜ਼ਾਦੀ ਨਹੀਂ, ਦੇਸ਼ ਦੀ ਆਜ਼ਾਦੀ ਨੂੰ ਫਾਇਦਾ। ਕਿਉਂਕਿ ਜੇ ਅਸੀਂ ਬੋਲਣ ਦੀ ਆਜ਼ਾਦੀ ਨਹੀਂ ਦੇਵਾਂਗੇ, ਤੁਸੀਂ ਕਦੀ ਵੀ ਦੇਖ ਲਿਓ ਜਿਸ ਜਗ੍ਹਾ ਦੇ ਉੱਤੇ ਤੁਸੀਂ ਕਿਸੇ ਦਾ ਵੀ ਕਿਸੇ ਨੂੰ ਕੁਝ ਪਤਾ ਹੀ ਨਾ ਲੱਗੇ, ਉੱਥੇ ਜ਼ਿਆਦਾ ਕ੍ਰਾਈਮ ਹੁੰਦੇ ਨੇ। ਜਦ ਤੁਸੀਂ ਗੱਲਾਂ ਗੁਪਤ ਰੱਖਣ ਲੱਗ ਜਾਓ, ਉਦੋਂ ਜ਼ਿਆਦਾ ਕ੍ਰਾਈਮ ਹੁੰਦੇ ਨੇ, ਉਦੋਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਹੋ ਰਿਹਾ। ਉਹ ਕਹਿੰਦਾ ਜੀ ਮੈਂ ਤਾਂ ਅਕਾਊਂਟ ਦੱਸਣੇ ਨਹੀਂ, ਮੈਂ ਤਾਂ ਆਹ ਚੀਜ਼ ਦੱਸਣੀ ਨਹੀਂ, ਮੇਰੇ ਕੋਲ ਇਹ ਚੀਜ਼ ਆਈ ਕਿੱਥੋਂ ਮੈਂ ਤਾਂ ਦੱਸਣੀ ਨਹੀਂ, ਮੈਂ ਕੀ ਕਰਿਆ ਮੈਂ ਤਾਂ ਦੱਸਣਾ ਨਹੀਂ। ਉਹ ਕਾਲੇ ਕਾਰਨਾਮੇ ਹੋਰ ਕੀ ਹੁੰਦੇ ਨੇ? ਰਾਤਾਂ ਨੂੰ ਕਾਰਨਾਮੇ ਕਹਿੰਦੇ ਨੇ ਜਿਹੜੇ ਹੁੰਦੇ ਨੇ, ਉਹ ਕੀ ਹੁੰਦੇ ਨੇ? ਅੰਦਰ ਵੜ ਕੇ ਕੀ ਹੁੰਦੇ ਨੇ? ਇਹ ਬੁੱਕਲ 'ਚ ਗੁੜ ਭੰਨਣਾ ਹੈ ਜਿਹੜਾ, ਇਹਨੂੰ ਸਾਡੇ ਤਾਂ ਮੁਹਾਵਰਾ ਬਣਿਆ ਹੋਇਆ ਵੀ ਭਾਈ ਬੁੱਕਲ 'ਚ ਗੁੜ ਭੰਨ ਕੇ ਨਹੀਂ ਸਰਨਾ। ਇਹ ਜਿਹੜੇ ਹੁਕਮਰਾਨ ਨੇ ਅੱਜ ਦੇ ਜ਼ਿਆਦਾ ਹੋ ਗਏ, ਵੈਸੇ ਪਹਿਲਾਂ ਵੀ ਕੋਈ ਆਏ ਨਹੀਂ ਆ, DIR ਕੋਈ BJP ਨਹੀਂ ਲੈ ਕੇ ਆਈ ਸੀ, ਡਿਫੈਂਸ ਆਫ ਇੰਡੀਆ ਰੂਲ। ਸੋ ਇਹ ਹੁਕਮਰਾਨ ਜਿਹੜੇ ਨੇ ਇੰਨੇ ਭੈਭੀਤ ਹੋ ਜਾਂਦੇ ਨੇ ਕਿ ਜਿਹੜਾ ਬੰਦਾ ਆਪਣੇ ਵਿਚਾਰ ਵਿਅਕਤ ਕਰੇ, ਇਹ ਜਰਾ ਜੀ ਵੀ ਜਿਹੜਾ ਇਹਨਾਂ ਦੇ ਵਿਚਾਰ ਦੇ ਉਲਟ ਹੋਵੇ, ਉਸ ਨੂੰ ਇਹ ਹਰ ਤਰ੍ਹਾਂ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਡਾਕਟਰ ਸਾਹਿਬ, ਅਦਾਲਤ ਨੇ ਕਿਹੜੀ ਟਿੱਪਣੀ ਕੀਤੀ ਹੈ? ਖਾਸ ਟਿੱਪਣੀਆਂ ਜਿਹੜੀਆਂ ਉਹ ਇਸ ਕੇਸ ਨੂੰ ਲੈ ਕੇ ਕੀਤੀਆਂ ਗਈਆਂ, ਟੂਲ ਕਿਟ ਨੂੰ ਲੈ ਕੇ, ਉਹਦੀ ਕੋਸ਼ਿਸ਼ ਕਰਦੇ ਨੇ। ਹੁਣ ਅਦਾਲਤ ਨੇ ਕੀ ਕਿਹਾ? ਅਦਾਲਤ ਨੇ ਕਿਹਾ ਕਿ ਬੋਲਣ ਤੋਂ ਬਗੈਰ ਕੋਈ ਵਿਕਾਸ ਨਹੀਂ ਹੋ ਸਕਦਾ, ਬੋਲਣਾ ਸਾਡਾ ਰਾਈਟ ਹੈ। ਦੂਜਾ ਉਹਨਾਂ ਨੇ ਕਿਹਾ ਸਾਡਾ ਸੰਵਿਧਾਨ ਦਾ 19 ਆਰਟੀਕਲ ਸਾਨੂੰ ਰਾਈਟ ਦਿੰਦਾ ਹੈ ਕਿ ਜੇ ਅਸੀਂ ਬੋਲਾਂਗੇ ਨਹੀਂ ਤੇ ਤਾਂ ਫਿਰ ਵਿਚਾਰਾਂ ਦੇ ਨਾਲ ਤਾਂ ਫਿਰ ਵਿਕਾਸ ਨਹੀਂ ਹੋਏਗਾ। ਫਿਰ ਉਹਨਾਂ ਨੇ ਆਖਿਆ ਵੀ ਜੇ ਸਰਕਾਰ ਨੂੰ ਇਸ ਗੱਲ ਦੇ ਉੱਤੇ ਵੀ ਕਿਸੇ ਗੱਲ 'ਚ ਉਹਦੀ ਹੇਠੀ ਹੋ ਗਈ, ਆਪਦੀ ਹੇਠੀ ਨੂੰ ਕਵਰ ਅਪ ਕਰਨ ਵਾਸਤੇ ਤੁਸੀਂ ਦੂਜਿਆਂ ਨੂੰ ਅੰਦਰ ਥੋੜ੍ਹਾ ਫੜ ਕੇ ਕਰੀ ਜਾਓਗੇ। ਦੂਜਾ ਉਹਨਾਂ ਨੇ ਆਖਿਆ ਸਰਕਾਰ ਆਪਦੇ ਹੰਕਾਰ ਦੇ ਵਿੱਚ ਆਪਦੀ ਪੱਤ ਬਚਾਉਣ ਵਾਸਤੇ ਥੋੜ੍ਹਾ ਲੋਕਾਂ ਦੇ ਉੱਤੇ ਸਜ਼ਾ ਦੇਈ ਜਾਏਗੀ ਵੀ ਮੈਂ ਸਰਕਾਰ ਆਪਦੇ ਜੋ ਵਿਸ਼ਵਾਸ ਨੇ, ਜੇ ਕੋਈ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ ਹੈ ਸਿਰਫ ਇਸੇ ਕਰਕੇ ਵੀ ਉਹਨਾਂ ਕ੍ਰਿਟੀਸਾਈਜ਼ ਕਰਦਾ, ਇਸ ਕਰਕੇ ਥੋੜ੍ਹਾ ਸਜ਼ਾ ਦੇ ਸਕਦੇ ਹੋ ਤੁਸੀਂ। ਉਹਨਾਂ ਨੇ ਇਹੀ ਨਹੀਂ ਕਿਹਾ ਵੀ ਸਾਡਾ ਕੱਲਾ ਸੰਵਿਧਾਨ ਇਹਨੂੰ ਬਚਾਉਂਦਾ, ਉਹ ਕਹੇ ਸਾਡਾ ਸੰਵਿਧਾਨ ਵੀ ਬਚਾਉਂਦਾ ਹੈ, ਇਹ ਵਿਕਾਸ ਦਾ ਤਰੀਕਾ ਵੀ ਹੈ। ਉਹਨਾਂ ਨੇ ਜਿਹੜੀਆਂ ਮੋਟੀਆਂ ਟਿੱਪਣੀਆਂ ਕਰੀਆਂ ਨੇ, ਉਹਨਾਂ ਨੇ ਇਹ ਵੀ ਕਿਹਾ ਵੀ ਇਹ ਅੱਜ ਦੀ ਗੱਲ ਨਹੀਂ ਹੈ, ਸਾਡੇ 5000 ਸਾਲ ਪੁਰਾਣੀ ਸੱਭਿਅਤਾ ਹੈ। ਸਾਡੀ ਸੱਭਿਅਤਾ ਵੀ ਇਹੀ ਕਹਿੰਦੀ ਹੈ ਕਿ ਅਸੀਂ ਦੂਜੇ ਦੀ ਗੱਲ ਸੁਣੀਏ, ਬੋਲਣ ਦੀ ਜਿਹੜੀ ਆਜ਼ਾਦੀ ਹੈ ਉਹਦੇ ਵਿੱਚੋਂ ਹੀ ਸਾਨੂੰ, ਕਿ ਸਾਡੇ ਤਾਂ ਰਿਗਵੇਦ ਕਹਿੰਦਾ ਕਿ ਬੰਦੇ ਨੂੰ ਨਿਰਭੈ ਹੋ ਕੇ ਵਿਚਾਰ ਦੇਣੇ ਚਾਹੀਦੇ ਨੇ, ਕਲਿਆਣਕਾਰੀ ਵਿਚਾਰ ਦੇਣੇ ਚਾਹੀਦੇ ਨੇ, ਉਹਦੇ ਵਿੱਚ ਕੋਈ ਰੋਕ ਨਹੀਂ ਹੋਣੀ ਚਾਹੀਦੀ, ਤਾਂ ਹੀ ਦੇਸ਼ ਦਾ ਜਿਹੜੀ ਤਰੱਕੀ ਹੋਈ। ਇਹ ਰਿਗਵੇਦ 'ਚ ਲਿਖਿਆ। ਇਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਇਹੀ ਸਾਡੇ, ਮੈਂ ਪੁਰਾਣੇ ਜਿੰਨੇ ਪੜ੍ਹਦਾ ਗ੍ਰੰਥ ਉਹਨਾਂ ਦੇ ਵਿੱਚ ਵੜ ਕੇ, ਅੱਜ ਨਹੀਂ ਹੈ ਇਹ ਆਦਤ, ਇਹ ਜੱਜ ਸਾਹਿਬ ਨੇ ਠੀਕ ਲਿਖਿਆ ਵੇਦਾਂ ਦੀ ਗੱਲ, ਰਿਗਵੇਦ ਦੀ ਗੱਲ ਥਾਂ ਥਾਂ ਤੇ ਵੇਦਾਂ 'ਚ ਲਿਖਿਆ ਹੈ। ਔਰ ਤੌਰ ਤਰੀਕਾ ਬਹਿਸ ਦਾ ਤੌਰ ਤਰੀਕਾ ਕੀ ਹੈ? ਜਦ ਇੱਕ ਬੰਦਾ ਬੋਲਦਾ, ਦੂਜੇ ਨੇ ਉਹਨੂੰ ਟੋਕਣਾ ਨਹੀਂ, ਉਹਨਾਂ ਨੇ ਸੁਣਨਾ ਹੈ। ਦੂਜਾ ਉਹਦੇ ਨਾਲ ਫਰਜ਼ ਕੋ ਮਤਭੇਦ ਰੱਖਦਾ ਹੈ ਤਾਂ ਉਹਨੇ ਪਹਿਲਾਂ ਕਹਿਣਾ ਹੈ ਕਿ ਇਹਨਾਂ ਮਹੋਦਿਆਂ ਨੇ, ਉਹਨੇ ਕੋਈ ਮਾੜਾ ਸ਼ਬਦ ਨਹੀਂ ਵਰਤਣਾ ਸਭਾ ਦੇ ਵਿੱਚ, ਕਦੇ ਮਾੜਾ ਸ਼ਬਦ ਨਹੀਂ ਵਰਤਣਾ ਜਾਣਾ ਹੁੰਦਾ। ਸਾਡੇ ਤਾਂ ਹੁਣ ਲੋਕ ਸਭਾ ਦੀ, ਉਹ ਰਾਜ ਸਭਾ ਦੀ, ਉਹਨਾਂ ਆਪਾਂ ਨੂੰ ਟਿੱਪਣੀ ਕਰਨਾ ਥੋੜਾ ਔਖਾ ਲੱਗਦਾ ਹੁੰਦਾ ਹੈ, ਉੱਥੇ ਵੀ ਮਰਿਆਦਾ ਟੁੱਟੀ ਜਾਂਦੀ ਹੈ ਰੋਜ਼ ਸ਼ਬਦਾਂ ਦੀ। ਤੇ ਸ਼ਬਦ ਜਿਹੜੇ ਨੇ ਉਹ ਚੰਗੇ ਵਰਤਣੇ ਨੇ, ਜੀ ਕਹਿ ਕੇ ਗੱਲ ਕਰਨੀ ਹੈ, ਆਦਰ ਮਾਨ ਨਾਲ ਕਰਨੀ ਹੈ। ਔਰ ਸਾਡੇ ਇਹ ਜਿਹੜੇ ਅਸੀਂ ਕਹਿੰਦੇ 5000 ਸਾਲ ਦੀ ਸੱਭਿਅਤਾ ਜਿਹੜੀ ਜੱਜ ਸਾਹਿਬ ਨੇ ਕਹੀ ਹੈ, ਉਹ ਸੱਭਿਅਤਾ ਇਹ ਕਹਿੰਦੀ ਹੈ ਵੀ ਅਗਲੇ ਦੀ ਗੱਲ ਸੁਣੋ, ਫਿਰ ਜੇ ਤੁਹਾਡਾ ਮਤਭੇਦ ਹੈ ਉਹਨੂੰ ਦੱਸ ਕੇ ਵੀ ਇਹਨਾਂ ਨੇ ਇਹ ਕਿਹਾ ਪਰ ਮੇਰਾ ਮਤਭੇਦ ਇਸ ਗੱਲ ਕਰਕੇ ਹੈ,
ਤੇ ਉਹਦੇ ਡਾਕਟਰ ਸਾਹਿਬ ਇੱਕ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਜਦੋਂ ਬੋਲਣ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਬੋਲਣ ਦੀ ਆਜ਼ਾਦੀ ਕਿੱਥੇ ਤੱਕ ਹੋਣੀ ਚਾਹੀਦੀ ਹੈ? ਕਈ ਵਾਰੀ ਇਹ ਵੀ ਹੁੰਦਾ ਨਾ ਕਿ ਤੁਸੀਂ ਕੁਝ ਜ਼ਿਆਦਾ ਹੀ ਕੋਈ ਨਾ ਕੋਈ ਕੁਝ ਗਲਤ ਇਲਜ਼ਾਮ ਤਰਾਸ਼ੀ ਵੀ ਹੋ ਜਾਂਦੀ ਹੈ, ਦੂਸ਼ਣਬਾਜ਼ੀ ਗਲਤ ਵੀ ਹੋ ਜਾਂਦੀ ਹੈ, ਬਾਅਦ ਦੇ ਵਿੱਚ ਜਿਹੜਾ ਭਾਵੇਂ ਖਾਮਿਆਜ਼ਾ ਉਸ ਸਾਹਮਣੇ ਵਾਲੇ ਨੂੰ ਭੁਗਤਣਾ ਪੈ ਜੇ। ਸਰਕਾਰ ਨੂੰ ਇਸ ਗੱਲ ਦਾ ਵੀ ਹੈ ਨਾ ਕਿ ਬੋਲਣ ਦੀ ਆਜ਼ਾਦੀ ਕਿੱਥੇ ਤੱਕ ਸੀਮਤ ਹੁੰਦੀ ਹੈ? ਦੇਖੋ, ਸਾਨੂੰ ਸੰਵਿਧਾਨ, ਇਹ ਵੀ ਸੰਵਿਧਾਨ 'ਚ ਇਹਦਾ ਜਵਾਬ ਹੈ। ਅਸੀਂ ਅਸਲ 'ਚ ਜਦ ਤੱਕ ਉਸ ਨੂੰ ਦੇਖਦੇ ਨਹੀਂ, ਇਹ ਛੋਟੀ ਜਿਹੀ ਕਿਤਾਬ ਹੈ, ਇਹਦੇ 'ਚ ਸਭ ਕੁਝ ਸਮੇਟਿਆ ਹੋਇਆ ਹੈ। ਇਹ ਗਾਗਰ 'ਚ ਸਾਗਰ ਹੈ, ਇਹ ਕੁੱਜੇ 'ਚ ਸਮੁੰਦਰ ਬੰਦ ਕਰਿਆ ਹੋਇਆ ਹੈ। ਇਹਦੇ ਵਿੱਚ ਸਪਸ਼ਟ ਲਿਖਿਆ ਹੈ ਵੀ ਇਹ ਵਿਦ ਰੀਜ਼ਨੇਬਲ ਰਿਸਟ੍ਰਿਕਸ਼ਨਸ, ਬੋਲਣ ਦੀ ਆਜ਼ਾਦੀ ਦੇ ਉੱਤੇ ਕੁਝ ਰੋਕਾਂ ਲੱਗ ਸਕਦੀਆਂ ਨੇ। ਉਹ ਰੀਜ਼ਨੇਬਲ ਹੋਣੀਆਂ ਜ਼ਰੂਰੀ ਨੇ, ਉਹ ਵਾਜਬ ਹੋਣੀਆਂ ਜ਼ਰੂਰੀ ਨੇ। ਜੇ ਰੋਕਾਂ ਵਾਜਬ ਨਹੀਂ ਹੈਗੀਆਂ, ਹੁਣ ਇਹ ਤਾਂ ਗੈਰ ਵਾਜਬ, ਮੈਂ ਦੱਸੂਗਾ ਵੀ ਕਿਵੇਂ ਵਾਜਬ ਨਹੀਂ ਹੈ ਇਹ ਰੋਕ। ਵਾਜਬ ਰੋਕਣ ਦਾ ਮਤਲਬ ਕੀ ਹੈ? ਜਿਹੜਾ ਬੰਦਾ ਦੋ ਫਿਰਕਿਆਂ ਦੇ ਵਿੱਚ ਘਿਰਨਾ ਫੈਲਾਏ, ਉਹਨੂੰ ਕੋਈ ਬੋਲਣ ਦੀ ਆਜ਼ਾਦੀ ਨਹੀਂ, ਉਸ ਆਜ਼ਾਦੀ ਤੇ ਰੋਕ ਲੱਗ ਸਕਦੀ ਹੈ। ਤੁਸੀਂ ਘਿਰਨਾ ਨਹੀਂ ਫੈਲਾ ਸਕਦੇ, ਲੋਕਾਂ ਨੇ ਤਾਂ ਸ਼ਾਂਤਮਈ ਤਰੀਕੇ ਨਾਲ। ਜਿਹੜਾ ਬੰਦਾ ਲੋਕਾਂ ਦੇ ਵਿੱਚ ਵਾਇਲੈਂਸ ਫੈਲਾਏ, ਇਹਨੂੰ ਮਾਰ ਦੋ, ਇਹਨੂੰ ਕਤਲ ਕਰ ਦੋ, ਇਹ ਉਹਨੂੰ ਆਜ਼ਾਦੀ ਇਹ ਨਹੀਂ ਹੈ। ਜਿਹੜਾ ਹਿੰਸਾ ਫੈਲਾਏ, ਜਿਹੜਾ ਫਿਰਕਿਆਂ ਦੇ ਵਿੱਚ ਆਪਸੀ ਬੈਰ ਵਿਰੋਧ ਕਰਾਏ, ਇਹ ਬੋਲਣ ਦੀ ਆਜ਼ਾਦੀ ਨਹੀਂ ਹੈ। ਜਿਹੜਾ ਦੇਸ਼ ਨੂੰ ਵਿਦੇਸ਼ ਦੇ ਹੱਕ ਦੇ ਵਿੱਚ ਬੋਲ ਕੇ ਦੇਸ਼ ਦੇ ਸੋਵਰਨਟੀ, ਜਿਹਨੂੰ ਪ੍ਰਭੂ ਸੱਤਾ ਸੀ ਕਹਿੰਦੇ ਆ, ਉਹਦੇ ਖਿਲਾਫ ਬੋਲਣ ਦੀ ਕੋਈ ਆਜ਼ਾਦੀ ਨਹੀਂ ਹੈ। ਸੋ ਬੋਲਣ ਦੀ ਆਜ਼ਾਦੀ, ਦੇਸ਼ ਦੇ ਭੇਦ ਨੇ ਕੁਛ, ਉਹ ਸਰਕਾਰੀ ਮੁਲਾਜ਼ਮ ਹੈ, ਉਹਨੂੰ ਕੋਈ ਇਜਾਜ਼ਤ ਨਹੀਂ ਹੈ ਵੀ ਉਹ ਜਾ ਕੇ ਦੂਜੇ ਦੇਸ਼ ਨੂੰ ਦੱਸ ਦੇਵੇ, ਫਿਰ ਤਾਂ ਸਾਰਾ ਕੁਝ ਹੀ ਚੌੜ ਚਪੱਟ ਹੋ ਜਾਏਗਾ। ਸੋ ਜਿਹੜੀਆਂ ਰਿਸਟ੍ਰਿਕਸ਼ਨ ਨੇ ਉਹ ਰੀਜ਼ਨੇਬਲ ਨੇ। ਹੁਣ ਇਹ ਅਨਰੀਜ਼ਨੇਬਲ ਕਿਵੇਂ ਆ? ਇੱਥੇ ਕੀ ਹੈ? ਸਾਡੀਆਂ ਸਰਕਾਰਾਂ ਰੀਜ਼ਨੇਬਲ ਰਿਸਟ੍ਰਿਕਸ਼ਨ ਦੇ ਨਾਂ ਨੂੰ ਵਰਤ ਕੇ, ਵਾਜਬ ਰੋਕਾਂ ਨੂੰ ਵਰਤ ਕੇ, ਹਰੇਕ ਰੋਕ ਜਿਹੜੀ ਉਹਨਾਂ ਨੂੰ ਪਸੰਦ ਨਹੀਂ ਉਹ ਲਾਈ ਜਾਂਦੇ ਨੇ। ਜਿਹੜਾ ਪਸੰਦ ਆ ਉਹ ਜੋ ਮਰਜ਼ੀ ਸਿਰ 'ਚ ਗਲੀਆਂ ਕਰੀ ਜਾਵੇ, ਉਹ ਜਮਾਂ ਹੀ ਜਿੰਨੇ ਮਰਜ਼ੀ ਜ਼ਹਿਰ ਫੈਲਾਈ ਜਾਵੇ ਲੋਕਾਂ 'ਚ, ਜਿੰਨਾ ਮਰਜ਼ੀ ਡਾਂਗਾਂ ਚੁੱਕੇ ਆ ਜੇ, ਜਿੰਨਾ ਮਰਜ਼ੀ ਤਲਵਾਰਾਂ ਕੱਢ ਕੇ ਜਲੂਸ ਕੱਢੀ ਜਾਵੇ, ਜਿੰਨੇ ਮਰਜ਼ੀ ਖੰਜਰ ਚੁੱਕ ਕੇ, ਤਰਸ਼ੂਲ ਚੁੱਕ ਕੇ ਜਲੂਸ ਕੱਢੀ ਜਾਵੇ, ਉਹਨੂੰ ਕੁਛ ਨਹੀਂ ਕਹਿਣਾ, ਕਿਉਂਕਿ ਉਹਨਾਂ ਦਾ ਆਪਣਾ ਹੈ। ਸੋ ਇਸ ਕਰਕੇ ਜਦ ਤੁਸੀਂ ਇਸ ਤੋਂ ਵੀ ਵੱਡਾ, ਜਿਹੜਾ ਮੈਂ ਦੁਖਾਂਤ ਕਹਿ ਰਿਹਾ, ਜਿਹੜਾ ਜੱਜ ਸਾਹਿਬ ਦੀ ਜਿਹੜੀ ਆਬਜ਼ਰਵੇਸ਼ਨ ਨੇ, ਜਿਹੜੇ ਪ੍ਰੇਖਣ ਨੇ ਉਹਦੇ ਵਿੱਚ ਲਿਖੇ, ਉਹ 'ਚੋਂ ਸਪਸ਼ਟ ਨਜ਼ਰ ਆਉਂਦਾ ਹੈ ਵੀ ਜੇ ਤੁਹਾਡੇ ਉਲਟਾ ਤਾਂ ਤੁਸੀਂ ਐਂ ਰੌਲਾ ਪਾਉਂਦੇ ਹੋ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੁਹਾਡੇ ਹੱਕ 'ਚ ਨੇ ਉਹਨਾਂ ਨੂੰ ਤਾਂ ਤੁਸੀਂ ਜੋ ਮਰਜ਼ੀ ਕਰਨ ਦਿੰਦੇ ਹੋ। ਝੂਠ ਕੁੱਟ 'ਚ ਵੀ ਉਹਨਾਂ ਨੇ ਇਹੀ ਕਿਹਾ। ਉਹਨਾਂ ਨੇ ਕਿਹਾ ਵੀ ਕਿੱਟ ਬਣਾਉਣਾ ਕਿਹੜੀ ਖਾਸ ਗੱਲ ਹੈ? ਟੂਲ ਕਿੱਟ ਲੋਕਾਂ ਨੂੰ ਅਸਲ ਸਮਝ ਹੀ ਨਹੀਂ ਹੈ ਵੀ ਕੀ ਹੈ। ਆਪਾਂ ਜਿਵੇਂ ਕੋਈ ਆਪਣੇ ਮਿਸਤਰੀ ਆਉਂਦਾ, ਉਹ ਰਹਿੰਦਾ ਨਾ ਬੈਗ ਜਾਂ ਚੁੱਕ ਕੇ, ਅਸਲ 'ਚ ਟੂਲ ਕਿੱਟ ਕੀ ਆ? ਇਹ ਇਹਨਾਂ ਨੇ ਬਣਾ ਸੀ ਇਹਦੇ ਵਿੱਚ ਸੌਫਟਵੇਅਰ ਦੇ ਵਿੱਚ, ਵੀ ਜੇ ਤੁਸੀਂ ਐਂ ਕਰੋਗੇ 1 ਲੱਖ ਤੋਂ ਮੈਸੇਜ ਚਲੇ ਜਾਊ। ਟੂਲ ਕਿੱਟ ਦੀ ਵਰਤੋਂ ਤਾਂ ਸਾਡੇ ਗ੍ਰਹਿ ਮੰਤਰੀ ਵੀ ਕਰਦੇ ਨੇ, ਆਪਦੀ ਪਾਰਟੀ ਦੇ ਕੰਮਾਂ ਵਾਸਤੇ ਕਰਦੇ ਨੇ, ਔਰ ਅਨਾਊਂਸ ਕਰਦੇ ਨੇ ਕਿ ਜੀ ਅਸੀਂ ਟੂਲ ਕਿੱਟ ਬਣਾਤੀ ਹੈ, 1 ਲੱਖ 1.5 ਲੱਖ ਕੋਲ 1 ਲੱਖ 'ਚ ਸਾਡਾ ਮੈਸੇਜ ਚਲਾ ਜਾਊਗਾ। ਚੰਗਾ ਮੈਸੇਜ, ਮਾੜਾ ਮੈਸੇਜ, ਉਹਦੇ 'ਚ ਮੈਂ ਬਾਅਦ 'ਚ ਜਾਣਾ। ਟੂਲ ਕਿੱਟ ਤਾਂ ਇਹਨਾਂ ਦੇ ਕਪਿਲ ਮਿਸ਼ਰਾ ਨੇ ਵੀ ਬਣਾਈ ਹੈ, ਉਹ ਇਹਦੇ ਉੱਤੇ ਅਵੇਲੇਬਲ ਹੈ। ਉਹ ਜ਼ਹਿਰ ਫੈਲਾਉਂਦੀ ਹੈ ਦਿਮਾਗ ਦੇ ਵਿੱਚ, ਲੋਕਾਂ ਦੇ ਵਿੱਚ ਜ਼ਹਿਰ ਫੈਲਾਉਣ ਵਾਲੀ ਟੂਲ ਕਿੱਟ ਹੈ, ਜਿਹਨੂੰ ਵਿਵਰਜਿਤ ਹੈ ਜਿਹੜੀ ਸੰਵਿਧਾਨ ਦੇ ਵਿੱਚ, ਵੀ ਤੁਸੀਂ ਲੋਕਾਂ ਦੇ ਵਿੱਚ, ਫਿਰਕਿਆਂ ਦੇ ਵਿੱਚ ਘਿਰਨਾ ਨਹੀਂ ਪੈਦਾ ਕਰ ਸਕਦੇ। ਪਰ ਉਹ ਟੂਲ ਕਿੱਟ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ। ਉਹ ਪੂਰਾ ਉਹਦੀ ਡਿਟੇਲ ਹੈ ਮੇਰੇ ਕੋਲ ਪਈ ਆ ਫੋਨ ਦੇ ਵਿੱਚ, ਕਿਸੇ ਨੇ ਭੇਜੀ ਮੈਨੂੰ ਵੀ, ਆਹ ਦੇਖ ਲਓ ਇਹ ਐਂ ਕਰਦੇ ਨੇ। ਸੋ ਜਿਹੜੀ ਟੂਲ ਕਿੱਟ ਦਿਸ਼ਾ ਰਾਵੀ ਨੇ ਦੇ ਉੱਤੇ ਜਿਹਦਾ ਦੋਸ਼ ਲੱਗ ਰਿਹਾ ਹੈ, ਪਹਿਲੀ ਗੱਲ ਤਾਂ PJS ਵਾਲੇ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚ ਖਾਲਿਸਤਾਨ ਤੇ ਫਲਾਣਾ ਦੇਸ਼ ਨੂੰ ਤੋੜਨ ਦੀਆਂ ਕਰੀਆਂ। ਜਿਹੜੀ ਗ੍ਰੇਟਾ ਥਨਬਰਗ ਸੀ, ਉਹਨੇ ਤਾਂ ਕਿਸਾਨਾਂ ਦੇ ਅੰਦੋਲਨ ਦੀ ਸਪੋਰਟ ਕਰੀ ਹੈ। ਸਪੋਰਟ ਕਰਨ ਦੇ ਹਰ ਇੱਕ ਦੇ ਆਪਣੇ ਆਪਣੇ ਤਰੀਕੇ ਹੋ ਸਕਦੇ ਨੇ, ਆਪਣੇ ਆਪਣੇ ਸ਼ਬਦ ਹੋ ਸਕਦੇ ਨੇ। ਜਿੰਨਾ ਚਿਰ ਉਹ ਤਰੀਕੇ ਤੇ ਸ਼ਬਦਾਂ ਦੇ ਵਿੱਚ ਕੋਈ ਵਾਇਲੈਂਸ ਨਹੀਂ ਹੈਗੀ, ਉਹ ਫਿਰਕਿਆਂ ਦੇ ਵਿੱਚ ਘਿਰਨਾ ਨਹੀਂ ਪੈਦਾ ਕਰਦੀ, ਉਹ ਦੇਸ਼ ਦੀ ਸਰਕਾਰ ਦਾ ਪ੍ਰਭੂ ਸੱਤਾ ਦਾ ਤਖਤਾ ਨਹੀਂ ਉਲਟਾਉਣਾ ਚਾਹੁੰਦੀ। ਤਖਤਾ ਮੀਨਜ਼ ਇਹ ਨਹੀਂ ਵੀ ਮੋਦੀ ਸਾਹਿਬ ਦਾ ਤਖਤਾ, ਮੋਦੀ ਸਾਹਿਬ ਦਾ ਤਖਤਾ ਉਲਟਾਉਣਾ ਅਲਾਊਡ ਹੈ। ਕੋਈ ਕਹਿ ਸਕਦਾ ਵੀ ਮੋਦੀ ਸਾਹਿਬ ਨੂੰ ਲਾਹੋ ਗੱਦੀ ਤੋਂ, ਕੋਈ ਕਹਿ ਸਕਦਾ ਇਹਨਾਂ ਨੂੰ ਬਿਠਾਓ। ਸੋ ਉਹ ਨਹੀਂ ਹੈ। ਜਾਨੀ ਕਿ ਤਖਤਾ ਉਲਟਾਉਣ ਮੀਨ ਕੋਈ ਹਿੰਸਾ ਦੇ, ਵਾਇਲੈਂਸ ਦੇ ਰਾਹੀਂ, ਆਰਮਡ ਫੋਰਸ ਦੇ ਵਿੱਚ ਬੇਚੈਨੀ ਪੈਦਾ ਕਰਕੇ, ਉਹਦੇ ਸਾਡੇ ਕੋਲ ਹੈਗੀ ਹੈ ਧਾਰਾ 505 ਧਾਰਾ ਦੇ ਅੰਡਰ ਉਹ ਤੇ ਕੇਸ ਬਣ ਸਕਦਾ ਹੈ। ਸੋ ਇਹ ਜਿਹੜੀ ਉਹਨਾਂ ਨੇ ਜੱਜ ਸਾਹਿਬ ਨੇ ਕਿਹਾ ਵੀ ਇਹ ਟੂਲ ਕਿੱਟ ਇੱਕ ਸਧਾਰਨ ਸੌਫਟਵੇਅਰ ਹੈ, ਇਹਨੂੰ ਵਰਤ ਕੇ ਇਹ ਕਹਿਣਾ ਕਿ ਇਸ ਨੇ ਕੋਈ ਡਾਕੂਮੈਂਟਰੀ ਪ੍ਰੂਫ ਨਹੀਂ ਦਿੱਤਾ, ਇਹਨਾਂ ਨੇ ਕੋਈ ਦਸਤਾਵੇਜੀ ਸਬੂਤ ਨਹੀਂ ਦਿੱਤਾ ਇੱਕ ਵੀ, ਜੀ ਤੋਂ ਇਹ ਪਤਾ ਲੱਗਿਆ ਹੋਵੇ ਕਿ ਇਹ ਦੇਸ਼ ਨੂੰ ਤੋੜਨ ਵਾਸਤੇ, ਜਾਂ ਇਹ ਖਾਲਿਸਤਾਨ ਵਾਸਤੇ, ਜਾਂ ਇਹਦਾ ਖਾਲਿਸਤਾਨੀਆਂ ਨਾਲ ਕੋਈ ਸੰਬੰਧ ਹੈ, ਜਾਂ ਇਹ ਕਿਸੇ ਦੂਤਾਵਾਸ ਵਾਸਤੇ ਹਮਲਾ ਹੋਇਆ ਹੋਵੇ, ਜਾਂ ਕੋਈ ਦੂਤਾਵਾਸ ਦੇ ਉਲਟ ਕਾਰਵਾਈ ਹੋਈ ਹੋਵੇ ਇਸ ਟੂਲ ਕਿੱਟ ਦੇ ਰਾਹੀਂ।
ਸੋ ਡਾਕਟਰ ਸਾਹਿਬ, ਇਹਦਾ ਇੱਕ ਇਹਦੇ ਵਿੱਚ ਜਦੋਂ ਟੂਲ ਕਿਟ ਨੂੰ ਲੈ ਕੇ ਕੋਈ ਦਸਤਾਵੇਜ਼ੀ ਕੋਈ ਵੀ ਸਬੂਤ ਇਹੋ ਜਿਹਾ ਨਹੀਂ ਮਿਲਿਆ ਜਿਹਦੇ ਨਾਲ ਦਿਸ਼ਾ ਰਵੀ ਨੂੰ ਜਿਹੜਾ ਉਹਦੀ ਜ਼ਮਾਨਤ ਦੇ ਉੱਤੇ ਫਿਰ ਤੋਂ ਪੁਲਿਸ ਜ਼ਮਾਨਤ ਮਤਲਬ ਕਿ ਉਹ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਸਕੇ। ਦੂਜੀ ਗੱਲ ਇਹ ਕਿ ਕਪਿਲ ਮਿਸ਼ਰਾ ਵਾਲੇ ਮਾਮਲੇ 'ਚ ਆਪਾਂ ਦੇਖ ਲਈਏ, ਉਹਦੇ ਵਿੱਚ ਵੀਡੀਓ ਸਬੂਤ ਸਾਹਮਣੇ ਪਏ ਨੇ, ਦੇਸ਼ ਕੇ ਗੱਦਾਰੋਂ ਕੋ ਵੀਡੀਓ ਜੋ ਕੁਝ ਉਹਦੇ ਵਿੱਚ ਕਿਹਾ ਕਿ ਗੋਲੀ ਮਾਰੋ। ਇਹਨਾਂ ਦੇ ਆਧਾਰ ਦੇ ਉੱਤੇ ਤੇ ਉਧਰ ਦੇ ਇਹਨੂੰ ਕਿੱਦਾਂ ਦੇਖਦੇ ਹੋ ਇਸ ਸਭ ਨੂੰ ਕਿ ਦੋਹਰਾ ਮਾਪਦੰਡ ਹੈ, ਦੋਹਰਾ ਕਾਨੂੰਨ ਹੈ? ਨਹੀਂ, ਦੋਹਰਾ ਕਾਨੂੰਨ ਨਹੀਂ, ਕਾਨੂੰਨ ਇੱਕੋ ਹੀ ਹੈ, ਦੋਹਰਾ ਨਹੀਂ ਹੈ। ਕਾਨੂੰਨ ਇਹਨਾਂ ਦਾ ਇੱਕ ਹੈ ਸੁਖਵਿੰਦਰ ਜੀ, ਵੀ ਜਿਹੜੀਆਂ ਮਿਨੋਰਟੀਜ਼ ਨੇ, ਜਿਹੜੇ ਇਹਨਾਂ ਦੇ ਉਲਟ ਬੋਲਦੇ ਨੇ, ਚਾਹੇ ਜਿਹੜੇ ਮਰਜ਼ੀ ਧਰਮ ਦੇ ਨੇ, ਉਹਨਾਂ ਨੂੰ ਤੁਸੀਂ ਸਜ਼ਾ ਦਿਓ ਧੱਕੇ ਨਾਲ, ਉਹਨਾਂ ਤੇ ਕੇਸ ਬਣਾਓ, ਏਜੰਸੀਆਂ ਦੀ ਵਰਤੋਂ ਕਰੋ, ਹਰ ਤਰ੍ਹਾਂ ਦੀ ਏਜੰਸੀ ਦੀ ਵਰਤੋਂ ਕਰੋ ਜਿਹੜਾ ਇਹਨਾਂ ਦੇ ਖਿਲਾਫ ਜ਼ਬਾਨ ਖੋਲ੍ਹਦਾ ਹੈ। ਇਹ ਜ਼ਬਾਨ ਬੰਦ ਕਰ ਰਹੇ ਨੇ ਬੰਦਿਆਂ ਦੀ। ਜਿੱਦੇ ਜ਼ਬਾਨ ਬੰਦ ਹੋ ਗਈ ਦੇਸ਼ ਦੀ ਆਜ਼ਾਦੀ ਤਾਂ ਹੀ ਤਾਂ ਇਹਨਾਂ ਨੇ ਪਰਜੀਵੀ ਕਿਹਾ। ਇਹਨਾਂ ਨੇ ਜਿਹੜਾ ਕਿ ਅੰਦੋਲਨਕਾਰੀ, ਅੰਦੋਲਨਜੀਵੀ, ਪਰਜੀਵੀ, ਜੇ ਪ੍ਰਾਈਮ ਮਿਨਿਸਟਰ ਇਹ ਕਹਿੰਦਾ ਹੈ, ਇਹਦਾ ਮਤਲਬ ਸਿੱਧੀ ਗੱਲ ਅੱਜ ਕੱਲ੍ਹ ਤਾਂ ਜੋ ਪ੍ਰਾਈਮ ਮਿਨਿਸਟਰ ਕਹਿੰਦਾ ਬੀਜੇਪੀ ਨੇ ਤਾਂ ਉਹੀ ਕਰਨਾ। ਸਰਕਾਰ ਵੀ ਹੁਣ ਤਾਂ ਸਾਰੇ ਅਫਸਰਾਂ ਨੂੰ ਸਭ ਨੂੰ ਐਂ ਲੱਗ ਗਿਆ ਵੀ ਜੋ ਪ੍ਰਾਈਮ ਮਿਨਿਸਟਰ ਕਹਿੰਦਾ ਯਾਰ ਕਰਨਾ ਤਾਂ ਉਹੀ ਪਊ, ਨਹੀਂ ਨੌਕਰੀ ਤੋਂ ਹੱਥ ਧੋਣੇ ਪੈਣੇ ਨੇ, ਕੱਲ੍ਹ ਨੂੰ ਕੇਸ ਹੀ ਨਾ ਬਣਾ ਦੇਣ। ਸੋ ਇਸ ਕਰਕੇ ਜਿਹੜਾ ਅੱਜ ਪ੍ਰਧਾਨ ਮੰਤਰੀ ਸਾਹਿਬ ਸਦਨ ਦੇ ਵਿੱਚ ਖੜੇ ਹੋ ਕੇ ਇਹੋ ਜਿਹੇ ਸ਼ਬਦ ਵਰਤਦੇ ਨੇ, ਬਿਨਾਂ ਇਹ ਜਾਣੇ ਵੀ ਪਰਜੀਵੀ ਦਾ ਮਤਲਬ ਕੀ ਹੁੰਦਾ ਹੈ। ਬਿਲਕੁਲ ਬਿਨਾਂ ਇਹ ਜਾਣੇ, ਤੁਹਾਨੂੰ ਪਤਾ ਨਾ ਪਰਜੀਵੀ ਤੁਸੀਂ ਸੁਣਿਆ ਵੀ ਹੋਏਗਾ, ਪਰਜੀਵੀ ਹੁੰਦੇ ਜਿਵੇਂ ਆਪਾਂ ਅਮਰਵੇਦ ਨਹੀਂ ਕਹਿੰਦੇ ਜੀ, ਅਮਰਵੇਦ ਸੁਣਿਆ ਕਦੇ? ਅਮਰਵੇਦ ਇੱਕ ਐਸੀ ਵੇਦ ਹੈ ਜਿਹਦਾ ਪੱਤਾ ਕੋਈ ਨਹੀਂ ਹੁੰਦਾ, ਜਿਹੜੇ ਦਰਖਤ ਤੇ ਉਹ ਚੜ ਜਾਂਦੀ ਹੈ ਉਹ ਦਰਖਤ ਖਤਮ ਹੋ ਜਾਂਦਾ ਹੈ। ਬਿਲਕੁਲ, ਉਹ ਪਰਜੀਵੀ ਹੈ। ਇਹ ਪਰਜੀਵੀ ਨੇ ਜਿਹੜੇ ਕੀੜੇ ਨੇ, ਖਾ ਜਾਂਦੇ ਨੇ ਮਾਸ ਨੂੰ। ਹੁਣ ਉਹ ਪਰਜੀਵੀ ਤਾਂ ਮੋਦੀ ਸਾਹਿਬ ਖੁਦ ਬਣੇ ਹੋਏ ਨੇ, ਸਰਕਾਰ ਬਣੀ ਹੋਈ ਹੈ ਜਿਹੜਾ ਦੇਸ਼ ਨੂੰ ਵੇਚੀ ਜਾ ਰਹੀ ਹੈ, ਦੇਸ਼ ਨੂੰ ਖਤਮ ਕਰ ਰਹੀ ਹੈ ਜਿਹੜੀ, ਉਹ ਪਰਜੀਵੀ ਹੋਈ ਕਿ ਜਿਹੜੇ ਦੇਸ਼ ਨੂੰ ਬਚਾ ਰਹੇ ਨੇ ਉਹ ਪਰਜੀਵੀ ਹੋਏ। ਸੋ ਇਸ ਕਰਕੇ ਇਹੋ ਜਿਹੇ ਸ਼ਬਦ, ਇਹੋ ਜਿਹੇ ਵਿਚਾਰਾਂ ਦਾ ਭੇੜ ਤੇ ਵਿਚਾਰਾਂ ਦੇ ਉੱਤੇ ਰੋਕ, ਉਹ ਸਿਰਫ ਚੁਣਵੀਂ ਲਾ ਰਹੇ ਨੇ। ਉਹ ਚੁਣਵੀਂ ਕੀ ਲਾ ਰਹੇ ਨੇ ਕਿ ਜੇ ਅਸੀਂ ਕਰੀਏ ਉਹ ਸਾਰਾ ਹੀ ਠੀਕ, ਜੇ ਤੁਸੀਂ ਕਰਿਓ ਸਾਰਾ ਹੀ ਗਲਤ। ਜਿਵੇਂ ਕਹਿੰਦੇ ਨਾ, ਆਪਦੀ ਅੱਖ ਦੇ ਵਿੱਚ ਤਾਂ ਸ਼ਤੀਰ ਵੀ ਨਹੀਂ ਦਿਖਦਾ, ਦੂਜੇ ਦੀ ਅੱਖ ਦਾ ਕੰਨ ਵੀ ਦਿਖ ਜਾਂਦਾ ਹੈ। ਸੋ ਇਹਨਾਂ ਨੂੰ ਦੂਜੇ ਪਾਸੇ ਦੀ ਹਰੇਕ ਗੱਲ ਗਲਤ ਲੱਗਦੀ ਹੈ। ਤੁਹਾਡੇ ਸਾਹਮਣੇ ਕਿਸਾਨ ਅੰਦੋਲਨ ਤੇ ਹੈ, ਕਿਉਂਕਿ ਦਿਸ਼ਾ ਰਵੀ ਦਾ ਤੇ ਕਿਸਾਨ ਅੰਦੋਲਨ ਨੂੰ ਇਹ ਕਿੰਨੇ ਵਾਰੀ ਕਹਿ ਰਹੇ ਨੇ ਵੀ ਤਾਂ ਖਾਲਿਸਤਾਨੀ ਹੈ, ਇਹ ਤਾਂ ਮੁੱਠੀ ਭਰਦਾ ਹੈ। ਜਦ ਹੁਣ ਇੰਨੀਆਂ ਖਾਪ ਪੰਚਾਇਤਾਂ ਹੋਰ ਹੋ ਗਈਆਂ, ਹੁਣ ਕਹਿੰਦੇ ਜੰਬੜਾ ਲਗਾ ਕੇ ਨਹੀਂ ਤੁਸੀਂ ਕਾਨੂੰਨ ਬਦਲਾ ਸਕਦੇ। ਇਹਨਾਂ ਨੇ ਕਿੱਥੋਂ ਤੋਂ ਕਿੱਥੇ ਟਰੈਵਲ ਕਰਿਆ ਇਹਦੇ ਵਿੱਚ, ਬਾਰ-ਬਾਰ ਖਾਲਿਸਤਾਨੀ, ਅੱਤਵਾਦੀ, ਵੱਖਵਾਦੀ, ਨਕਸਲਾਈਟ, ਇੱਥੋਂ ਤੱਕ ਆ ਗਏ। ਮਤਲਬ ਜਦ ਸ਼ਰਮ ਕੋਈ ਬੰਦਾ ਛੱਡ ਹੀ ਦੇਵੇ ਕਿ ਵਾਮਪੰਥੀ ਨੇ, ਇਹਨਾਂ ਨੂੰ ਪੁੱਛੋ ਵੀ ਵਾਮਪੰਥ ਕਿਤੇ ਰੋਕਿਆ? ਉਹ ਸੰਵਿਧਾਨਕ ਤੌਰ ਤੇ ਚੋਣਾਂ ਲੜਦੇ ਰਹੇ ਨੇ ਵਾਮਪੰਥੀ, ਉਹ ਸਰਕਾਰਾਂ ਚਲਾਉਂਦੇ ਰਹੇ ਨੇ ਕਿੰਨੇ 32 ਸਾਲ ਹੈ। ਤੁਸੀਂ ਕਿਵੇਂ ਕਹਿੰਦੇ ਹੋ ਉਹ ਵਾਮਪੰਥੀ ਉਹੀ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ 'ਚ ਵੀ ਕੰਮ ਕਰਿਆ ਸੀ। ਬਿਲਕੁਲ। ਸੋ ਤੁਸੀਂ ਮਤਲਬ ਇਹਦੇ ਵਿੱਚ ਇੱਕ ਦਿਸ਼ਾ ਰਵੀ ਦਾ, ਜਿਹੜੀ ਦਿਸ਼ਾ ਰਵੀ ਨੇ ਜੇਲ੍ਹ ਦੇ ਵਿੱਚ ਬੈਠਿਆਂ ਜਦੋਂ ਜ਼ਮਾਨਤ ਦੀ ਸੁਣਵਾਈ ਵਗੈਰਾ ਚੱਲਦੀ ਸੀ, ਉਹਨੇ ਜੇਲ੍ਹ ਦੇ ਵਿੱਚ ਬੈਠਿਆਂ ਜਿਹੜੀ ਇੱਕ ਮਤਲਬ ਕਿ ਇੱਕ ਟਿੱਪਣੀ ਜਿਹੜੀ ਉਹਨਾਂ ਨੇ ਕੀਤੀ, ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਣ ਦੇ ਲਈ ਮੈਨੂੰ ਨਹੀਂ ਚੁੱਕਣ ਦਿੱਤੀ ਜਾਂਦੀ ਤਾਂ ਮੈਂ ਜੇਲ੍ਹ ਦੇ ਵਿੱਚ ਹੀ ਠੀਕ ਹਾਂ, ਜੇਲ੍ਹ ਦੇ ਵਿੱਚ ਹੀ ਰਹਿਣਾ ਠੀਕ ਹੈ। ਮੈਂ ਉਸ ਲੜਕੀ ਨੂੰ ਇਸ ਗੱਲ ਦੀ ਵਧਾਈ ਦਿੰਦਾ, ਜਿਵੇਂ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਨਾ ਵੀ ਤੁਸੀਂ ਹੁਣ ਜੇਲ੍ਹ 'ਚ ਜਾਣੋਂ ਨਾ ਡਰੋ, ਕੰਟੈਂਪਟ ਤੋਂ ਨਾ ਡਰੋ, ਜੇਲ੍ਹ 'ਚ ਜਾਣੋਂ ਨਾ ਡਰੋ। ਇਹਨੇ ਉਸ ਤੋਂ ਅਗਲੀ ਗੱਲ ਕਰਤੀ, ਇਹਨੇ ਅਗਲੀ ਗੱਲ ਕਰਤੀ ਵੀ ਜੇ ਕਿਸਾਨਾਂ ਦੇ ਹੱਕ 'ਚ ਬੋਲਣ ਨੂੰ ਕਰਕੇ ਵੀ ਤੁਸੀਂ ਕਹਿੰਦੇ ਹੋ ਮੈਨੂੰ ਰੋਕਣਾ ਹੈ ਤੇ ਫਿਰ ਮੈਂ ਜੇਲ੍ਹ 'ਚ ਹੀ ਚੰਗੀ। ਜੇ ਕਿਸਾਨਾਂ ਦੇ ਹੱਕ 'ਚ ਬੋਲਣ ਨੂੰ ਤੁਸੀਂ ਕ੍ਰਾਈਮ ਸਮਝੋ, ਫਿਰ ਮੈਂ ਜੇਲ੍ਹ 'ਚ ਹੀ ਠੀਕ ਹਾਂ। ਬਿਲਕੁਲ। ਕੋਈ ਬੰਦਾ ਜਿਹੜੇ ਕਹਿੰਦੇ ਅਸੀਂ ਆਹ ਕਰਾਂਗੇ ਵਾਹ ਕਰਾਂਗੇ, ਪੁਲਿਸ ਤੋਂ ਲੁਕਦੇ ਫਿਰਦੇ ਨੇ। ਬਿਲਕੁਲ। ਜੇਲ੍ਹ 'ਚ ਜਾਣਾ ਤਾਂ ਕੀ ਹੈ, ਜਦ ਜੇਲ੍ਹ ਚਲੇ ਜਾਂਦੇ ਨੇ ਕਹਿੰਦੇ ਹਾਏ ਅੱਜ ਹੀ ਜ਼ਮਾਨਤ ਕਰੋ, ਅੱਜ ਹੀ ਕਰਾਓ। ਇਸ ਕੁੜੀ ਨੇ, ਇਹ ਵੀ ਜਵਾਨ ਹੀ ਹੈ, ਇਹ ਵੀ ਯੁਵਕਾ ਹੈ, 22 ਸਾਲ ਦੀ ਉਮਰ ਕੋਈ ਉਮਰ ਹੈ। ਇਹ ਉਹਨਾਂ ਯੁਵਕਾਂ 'ਚੋਂ ਆ ਜਿਨ੍ਹਾਂ ਨੇ ਜਿਵੇਂ ਪੰਜਾ ਸਾਹਿਬ ਦਾ ਸਾਕੇ ਵਾਲੇ ਸੀਗੇ ਵੀ ਕੋਈ ਗੱਲ ਨਹੀਂ, ਜੋ ਫੈਸਲਾ ਕਰ ਲਿਆ ਉਹ ਤੇ ਅੜੇ ਰਹਿਣਾ। ਉਹ ਫੈਸਲੇ 'ਚ ਡਰਨਾ ਨਹੀਂ ਹੈ, ਇਹ ਡਰੀ ਨਹੀਂ ਹੈ, ਇਹਦੇ ਜਰਾ ਵੀ ਮਨ 'ਚ ਭੈ ਨਹੀਂ। ਇਹਨੂੰ ਕਹਿਣ ਲੱਗੇ ਪੱਤਰਕਾਰ ਪਿੱਛੇ ਤੂੰ ਰੋਣ ਲੱਗੀ। ਇਹਨਾਂ ਨੂੰ ਪਤਾ ਨਹੀਂ ਵੀ ਆਂਸੂ ਕਿੱਦਾਂ ਦੇ ਹੁੰਦੇ ਨੇ, ਕਿਉਂਕਿ ਬੰਦੇ ਦੇ ਆਂਸੂ ਦੇਖ ਕੇ ਮੈਂ ਇੱਕ ਦਿਨ ਇੱਕ ਟੀਵੀ 'ਤੇ ਗੱਲ ਕਰ ਰਹੀ ਸੀ, ਉਹਦੇ ਮੇਰਾ ਆਪਣਾ ਰੋਣਾ ਨਿਕਲ ਗਿਆ। ਇਮੋਸ਼ਨਲ ਰੋਣਾ ਵੀ ਹੁੰਦਾ ਹੈ। ਰੋਣਾ ਕੋਈ ਐਂ ਨਹੀਂ ਹੁੰਦਾ ਵੀ ਬੰਦਾ ਕੋਈ ਡਰ 'ਚੋਂ ਰੋਂਦਾ ਹੈ ਜਾਂ ਕੋਈ ਦੁੱਖ 'ਚੋਂ ਹੀ ਰੋਂਦਾ ਹੈ, ਬੰਦਾ ਖੁਸ਼ੀ 'ਚੋਂ ਵੀ ਰੋ ਜਾਂਦਾ, ਕਈ ਵਾਰੀ ਇਮੋਸ਼ਨਲ ਹੋ ਕੇ ਰੋ ਜਾਂਦਾ ਹੈ। ਸੋ ਇਹ ਜਿਹੜਾ ਹੈਗਾ ਉਹ ਕੁੜੀ ਨੇ ਤਾਂ, ਮੈਂ ਕਹਾਂਗਾ ਦਿਸ਼ਾ ਰਵੀ ਨੇ ਤਾਂ ਸੱਚੀ ਮੁੱਚੀ ਦਿਸ਼ਾ ਤੈਅ ਕਰਤੀ, ਦਿਸ਼ਾ ਤੈਅ ਕਰਤੀ ਯੂਥ ਦੀ। ਅੱਜ ਸਾਡੀ ਯੂਥ ਨੂੰ ਸਿੱਖਣ ਦੀ ਲੋੜ ਹੈ ਵੀ ਤੁਸੀਂ ਪਾਲੋ ਜੇਲ੍ਹਾਂ 'ਚ,
ਬਿਲਕੁਲ ਜੇ ਤੁਸੀਂ ਕਿਸਾਨ ਅੰਦੋਲਨ ਨੂੰ ਕਹਿੰਦੇ ਹੋ ਵੀ ਉਹਦੇ ਹੱਕ 'ਚ ਬੋਲਣ ਵਾਲਾ ਦੇਸ਼ ਵਿਰੋਧੀ ਹੈ, ਦੇਸ਼ ਧਰੋਹੀ ਹੈ, ਤੁਸੀਂ ਮੈਨੂੰ ਜੇਲ੍ਹ 'ਚ ਹੀ ਰੱਖੋ, ਮੈਂ ਬਿਲਕੁਲ ਜੇਲ੍ਹ 'ਚ ਬੈਠੀ ਰਹੂੰਗੀ, ਮੈਂ ਨਹੀਂ ਬਾਹਰ ਆਉਂਦੀ, ਮੈਨੂੰ ਕੋਈ ਲੋੜ ਨਹੀਂ ਜ਼ਮਾਨਤ ਦੀ। ਇਹ ਹੈ ਬਹਾਦਰੀ। ਹਾਲਾਂਕਿ ਉਹਦਾ ਕੋਈ ਕਸੂਰ ਨਹੀਂ ਹੈ, ਉਹਨੇ ਕੋਈ ਐਸੀ ਗੱਲ ਨਹੀਂ ਬੋਲੀ, ਉਹਨੇ ਸੱਚ ਬੋਲਿਆ, ਮੈਂ ਤਾਂ ਕਿਸਾਨਾਂ ਦੇ ਹੱਕ 'ਚ ਬੋਲਿਆ ਜੇ। ਔਰ ਉਹ ਪਰਿਆਵਰਨ ਕਾਰਕੁਨ ਹੈ, ਜਿੱਥੇ ਅਸੀਂ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਰਿਆਵਰਨ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹਾਂ। ਔਰ ਗ੍ਰੇਟਾ ਥਨਬਰਗ, ਜਿਹਦੇ ਬਾਰੇ ਕਹਿੰਦੇ ਨੇ ਵੀ ਉੱਥੋਂ ਲਿਆ ਟੂਲ ਕਿੱਟ, ਉਹ ਵੀ ਪਰਿਆਵਰਨ ਦੀ, ਉਹਨੂੰ 2 ਵਾਰੀ ਨੋਬਲ ਪ੍ਰਾਈਜ਼ ਵਾਸਤੇ ਉਹਦਾ ਨੋਮੀਨੇਟ ਹੋ ਚੁੱਕੀ ਆ। ਉਹ ਐਡੀ ਛੋਟੀ ਉਮਰ ਦੀ ਕੁੜੀ ਜਿਹਨੇ ਸਾਰੇ ਟਰੰਪ ਦੇ ਉੱਤੇ ਹੋਰ ਤੇ ਦੁਨੀਆ ਦੇ ਉੱਤੇ ਕਿਹਾ ਵੀ ਤੁਸੀਂ ਕਿੱਥੇ, ਤੁਸੀਂ ਤਾਂ ਪਰਿਆਵਰਨ ਨੂੰ ਖਰਾਬ ਕਰ ਰਹੇ ਹੋ। ਔਰ ਐਡੀਆਂ ਵੱਡੀਆਂ ਸਭਾਵਾਂ ਦੇ ਵਿੱਚ ਉਹਦੇ ਉੱਤੇ ਸਾਡੇ ਦੇਸ਼ ਦਾ ਹਾਲ ਕੀ ਹੈ? ਸਾਡੇ ਦੇਸ਼ ਦਾ ਇਹ ਹਾਲ ਹੈ ਵੀ ਜਿਹੜੇ ਵੱਡੇ ਵੱਡੇ ਆਈਕਨ ਨੇ, ਜਿਹੜੇ ਵੱਡੇ ਵੱਡੇ ਦੁਨੀਆ ਦੇ ਵਿੱਚ ਉਮਰ ਦੇ ਹਿਸਾਬ ਨਾਲ ਨਹੀਂ, ਜੋ ਕਿਹਾ ਜੋ ਕਰਮਾਂ ਦੇ ਕਰਕੇ ਵੱਡੇ ਨੇ। ਇਹ ਤਾਂ ਕਹਿੰਦੇ ਨੇ ਕਰਮਾਂ ਉੱਪਰ, ਹਾਲਾਂਕਿ ਅਸੀਂ ਕਹਿੰਦੇ ਕਰਮਾਂ ਉੱਪਰ ਹੋ ਨਵੇੜਾ ਕਿਆ ਸੂਫੀ ਕਿਆ ਭੰਗੀ, ਜੋ ਜੇ ਕੰਮ ਕਰੋਗੇ ਉਹਦੇ ਉੱਤੇ ਫੈਸਲਾ ਹੋਣਾ। ਤੇ ਕਿੱਤਾ ਜਿਹੜਾ ਮਰਜ਼ੀ ਕਰਦੇ ਹੋਵੋ, ਕਿੱਤਿਆਂ ਦਾ ਫਰਕ ਨਹੀਂ ਪੈਂਦਾ। ਸੋ ਇਹਨਾਂ ਨੇ ਉਹ ਗ੍ਰੇਟ ਜਿਹੜੇ ਆਈਕਨ ਨੇ, ਉਹਨਾਂ ਦੇ ਉੱਤੇ ਕੇਸ ਬਣਾ ਕੇ ਉਹਨਾਂ ਦੇ ਵਿਰੁੱਧ ਟਿੱਪਣੀਆਂ ਕਰਕੇ ਸਾਡੇ ਭਾਰਤੀ ਹੁਕਮਰਾਨਾਂ ਨੇ ਆਪਦੇ ਡਰ ਚੋਂ, ਆਪਦੇ ਭੈ ਚੋਂ, ਆਪਦੀ ਕਮਜ਼ੋਰੀ ਚੋਂ ਇਹਨਾਂ ਨੇ ਉਹ ਟਿੱਪਣੀਆਂ ਕਰਕੇ ਦੇਸ਼ ਦਾ ਨੱਕ ਵਢਾਇਆ। ਮੈਂ ਕਹਾਂਗਾ ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਵੱਡੀ ਗੱਲ ਇਹ ਹੈ, ਮੈਂ ਇਹਦੇ ਵਿੱਚ ਦੇਖ ਰਿਹਾ ਸੀ ਕਿ ਦਿਸ਼ਾ ਰਵੀ ਦੀ ਰਿਹਾਈ ਤੋਂ ਬਾਅਦ ਲੋਕਾਂ ਨੇ ਬੜਾ ਟਰੋਲ ਕੀਤਾ ਟਵਿੱਟਰ ਦੇ ਉੱਤੇ ਕਿ ਦੇਖੋ ਜੀ, ਇਹ ਸ਼ਾਹ ਤੇ ਤਾਨਾਸ਼ਾਹ ਹੋਰਾਂ ਨੂੰ ਇਹ ਸੁਨੇਹਾ ਲਾ ਦਿਓ, ਉਹਨਾਂ ਤੱਕ ਇਹ ਗੱਲ ਪਹੁੰਚ ਜਾਣੀ ਚਾਹੀਦੀ ਹੈ ਕਿ ਇਹ ਲੋਕਤੰਤਰ ਹੈ, ਇਹ ਕੋਈ ਜਰਮਨੀ ਨਹੀਂ, ਇਹ ਕੋਈ ਹਿਟਲਰ ਦਾ ਮੁਲਕ ਨਹੀਂ ਹੈਗਾ ਕਿ ਤੁਸੀਂ ਉੱਥੇ ਕਿਸੇ ਦੀ ਵੀ ਜ਼ੁਬਾਨਬੰਦੀ ਕਰ ਦਿਓਗੇ। ਇਹ ਵੀ ਇੱਕ ਵੱਡੀ ਗੱਲ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਟਿੱਪਣੀਆਂ ਨੇ, ਪਰ ਇਹ ਵੱਡੀ ਲੱਗੀ ਮੈਨੂੰ। ਦੇਖੋ, ਟਿੱਪਣੀਆਂ ਸੁਖਵਿੰਦਰ ਜੀ ਦੋਨੇ ਤਰ੍ਹਾਂ ਦੀਆਂ ਆਉਣਗੀਆਂ ਇਸ ਤੇ ਵੀ। ਉਹਨਾਂ ਦਾ ਆਪਦਾ ਵੀ ਬੜਾ ਟਵੀਟ ਤੇ ਉਹਨਾਂ ਦਾ IT ਸੈੱਲ ਬੜਾ ਤਕੜਾ ਹੈ। ਉਹ ਜੱਜ ਸਾਹਿਬ ਦੇ ਉੱਤੇ ਵੀ ਟਿੱਪਣੀ ਨੈਗੇਟਿਵ ਕਰ ਸਕਦੇ ਨੇ, ਉਹਨਾਂ ਦਾ ਕੋਈ ਬੰਨਸੂਬੀ ਨਹੀਂ। ਪਰ ਜਿਹੜੇ ਚੰਗੀਆਂ ਟਿੱਪਣੀਆਂ ਕਰਨ ਵਾਲੇ ਨੇ, ਮੈਂ ਉਹਨਾਂ ਬਾਰੇ ਤਾਂ ਇੱਕ ਗੱਲ ਕਹਾਂਗਾ ਵੀ ਇਹ ਗੱਲ ਸੱਚੀ ਹੈ ਵੀ ਇਹ ਹਿਟਲਰ ਸ਼ਾਹੀ ਉਰੇ ਨਹੀਂ ਚੱਲਣੀ। ਪਰ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ, ਹਿਟਲਰ ਸ਼ਾਹੀ ਤਾਂ ਹੀ ਨਹੀਂ ਚੱਲਣੀ ਜੇ ਦਿਸ਼ਾ ਰਵੀ ਵਰਗੇ ਨੌਜਵਾਨ ਹੋਣਗੇ। ਬਿਲਕੁਲ, ਜਿਹੜੇ ਨੌਜਵਾਨ ਇਸ ਗੱਲ ਦੇ ਉੱਤੋਂ ਵੀ ਆਪਾਂ ਕੋਈ ਹੋਰ ਤਰੀਕੇ ਨਾਲ ਇਹਨੂੰ ਕਰ ਲਾਂਗੇ, ਐ ਨਹੀਂ ਰੁਕਣਾ। ਇਹ 2 ਗੱਲਾਂ ਨੇ। ਇੱਕ ਹੌਸਲਾ ਇਹ ਕਿ ਸਟੇਟ ਜਿੰਨਾ ਮਰਜ਼ੀ ਰਿਪਰੈਸ਼ਨ ਕਰ ਰਹੇ, ਮੈਂ ਥੱਲੇ ਨਹੀਂ ਲੱਗਣਾ, ਮੈਂ ਡਰਨਾ ਨਹੀਂ ਹੈ, ਮੈਨੂੰ ਜੇਲ੍ਹ 'ਚ ਪਾਈ ਰੱਖੋ, ਮੈਂ ਮਾਫੀ ਨਹੀਂ ਮੰਗਣੀ ਹੈ ਕਿਉਂਕਿ ਮੈਂ ਠੀਕ ਕਰ ਰਹੀ ਹਾਂ। ਇੱਕ ਤਾਂ ਉਹ ਨੌਜਵਾਨ ਦੇਸ਼ ਨੂੰ ਬਚਾਉਂਦੇ ਨੇ, ਇੱਕ ਉਹ ਬਚਾਉਂਦੇ ਨੇ ਜਿਹੜੇ ਕਹਿੰਦੇ ਨੇ ਕੋਈ ਨਹੀਂ, ਅਸੀਂ ਇਕੱਠੇ ਹੋ ਕੇ ਅਸੀਂ ਸਟੇਟ ਨੂੰ ਚੈਲੰਜ ਕਰਾਂਗੇ। ਉਹ ਜਿਹੜੀ ਚੁਣੌਤੀ ਹੈ ਉਹ ਲੋਕਾਂ ਨੂੰ ਤੰਗ ਕਰਕੇ ਨਹੀਂ ਹੁੰਦੀ, ਉਹ ਸਟੇਟ ਨੂੰ ਚੁਣੌਤੀ ਦੇ ਕੇ ਹੁੰਦੀ ਹੈ। ਜਿਹੜੇ 2 ਤਰੀਕੇ ਨੇ ਨਾ ਚੁਣੌਤੀ ਦੇਣ ਦੇ। ਇੱਕ ਤਰੀਕਾ ਹੈ ਤੁਸੀਂ ਜਿਹੜਾ ਆਪਾਂ ਫਰਜ਼ ਕਰੋ ਕੋਈ ਜਲੂਸ ਕੱਢ ਰਹੇ ਨੇ, ਉੱਥੋਂ ਦੀ ਕੋਈ ਸਕੂਟਰ ਲੰਘਿਆ ਜਾ ਰਿਹਾ, ਉਹਨੂੰ ਧੱਕਾ ਮਾਰ ਦਿਓ ਵੀ ਤੂੰ ਇੱਧਰ ਵਿੱਚ ਕਿਵੇਂ ਆ ਗਿਆ ਜਲੂਸ ਦੇ, ਰੋਕੀ ਲੱਗੋ, ਅੱਗੇ ਜਾਣ ਨਾ ਦਿਓ। ਕੋਈ ਮਰੀਜ਼ ਨੇ ਜਾਣਾ ਹੋਵੇ, ਕਿਸੇ ਐਂਬੂਲੈਂਸ ਨੇ ਜਾਣਾ ਹੋਵੇ, ਕਿਸੇ ਨੂੰ ਹੋਰ ਜ਼ਰੂਰੀ ਕੰਮ ਹੋਵੇ, ਕੋਈ ਬੱਚੇ ਨੇ ਜਾਣਾ, ਤੁਸੀਂ ਉਹਨੂੰ ਲੰਘਣ ਨਾ ਦਿਓ। ਇੱਕ ਤਰੀਕਾ ਇਹ ਹੈ, ਤੁਸੀਂ ਤਾਕਤ ਦਿਖਾ ਰਹੇ ਹੋ ਵੀ ਅਸੀਂ ਬੜੇ ਦੇਖਿਆ ਸੀ ਇਹ ਕਰਤਾ। ਦੂਜਾ ਤਰੀਕਾ ਇਹ ਹੈ ਕਿ ਤੁਸੀਂ ਸ਼ਾਂਤਮਈ ਜਾ ਰਹੇ ਹੋ, ਤੁਸੀਂ ਰਸਤਾ ਬਣਾ ਕੇ ਰੱਖਦੇ ਹੋ ਨਾ ਭਾਈ ਇੱਥੋਂ ਦੀ ਲੰਘਣ ਦਿਓ, ਕਿਸੇ ਨੂੰ ਕੁਝ ਕਹਿਣਾ ਨਹੀਂ ਹੈ। ਕਿਉਂਕਿ ਤੁਹਾਡੀ ਲੜਾਈ ਸਟੇਟ ਨਾਲ ਹੈ, ਤੁਹਾਡੀ ਲੜਾਈ ਜਨਤਾ ਨਾਲ ਨਹੀਂ ਹੈ। ਸਟੇਟ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹੈ। ਦਿਸ਼ਾ ਰਾਵੀ ਨੇ ਦਿਸ਼ਾ ਦਿਖਾਈ ਹੈ ਨੌਜਵਾਨਾਂ ਨੂੰ, ਯੁਵਕਾਂ ਨੂੰ, ਕਿ ਜਿਹੜੀ ਦਿਸ਼ਾ ਹੈ ਉਹ ਸਟਰਗਲ ਦੀ ਇਹ ਹੈ ਕਿ ਯੁਵਕਾਂ ਦਾ ਇਹ ਰੋਲ ਹੈ ਕਿ ਕੋਈ ਗੱਲ ਨਹੀਂ, ਪਾੜੋ ਜਿਹਨਾਂ 'ਚ ਅਸੀਂ ਡਰਦੇ ਨਹੀਂ ਤੁਹਾਤੋਂ। ਅਸੀਂ ਕਿਸਾਨਾਂ ਦੇ ਹੱਕ ਅਖੀਰ ਦੇ ਵਿੱਚ ਥੋੜਾ ਜਿਹਾ ਇਸ ਗੱਲ ਨੂੰ, ਥੋੜਾ ਇੱਕ ਨੌਜਵਾਨਾਂ ਦੇ ਪ੍ਰਤੀ ਜਿਹੜਾ ਤੁਸੀਂ ਸੁਨੇਹਾ, ਇੱਕ ਖਾਸ ਸੁਨੇਹਾ ਦੇ ਰਹੇ ਹੋ, ਮੈਂ ਥੋੜਾ ਜਿਹਾ ਉਹਦੇ ਵਿੱਚ ਸਵਾਲ ਇਸ ਕਰਕੇ ਕਰਨ ਲੱਗਿਆ ਕਿ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਕਈ ਨੌਜਵਾਨ ਇਸ ਗੱਲ ਨੂੰ ਲੈ ਕੇ ਕਾਹਲੇ ਨੇ ਕਿ ਛੇਤੀ ਕੋਈ ਨਾ ਕੋਈ ਐਕਸ਼ਨ ਦਿਓ, ਛੇਤੀ ਕੋਈ ਨਾ ਕੋਈ ਇਹੋ ਜਿਹਾ ਸਾਨੂੰ ਦੱਸੋ ਕਿ ਅੱਗੇ ਦੀ ਰਣਨੀਤੀ ਕੀ ਹੈ, ਕੀ ਕਰਨਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਖੂਨ ਤੱਤਾ ਹੁੰਦਾ ਹੈ, ਇਹ ਸਮਝਣਾ ਚਾਹੀਦਾ ਇਸ ਸਟੇਜ ਦੇ ਵਿੱਚ ਕਿ ਅਸੀਂ ਅੰਦੋਲਨ ਲੜ ਰਹੇ ਹਾਂ। ਅੰਦੋਲਨ ਪਹਿਲਾਂ ਵੀ ਬਹੁਤ ਹੋਏ ਨੇ, ਉਹਨਾਂ ਅੰਦੋਲਨਾਂ ਦੀ ਕਾਮਯਾਬੀ ਨੂੰ ਦੇਖੋ ਕਿ ਕਿਸ ਤਰ੍ਹਾਂ ਨੇਪਰੇ ਚੜੇ, ਤੇ ਅੱਜ ਦੇ ਅੰਦੋਲਨ ਨੂੰ ਦੇਖੋ ਕਿ ਇਹਨੂੰ ਕਿੱਦਾਂ ਨੇਪਰੇ ਚੜਾਉਣਾ। ਇਹਦੇ ਬਾਰੇ ਦੱਸਿਓ ਥੋੜਾ। ਦੇਖੋ, ਮੈਂ 1-2-3 ਲਾਈਨਾਂ 'ਚ ਹੀ ਕਹਾਂਗਾ, ਬਹੁਤਾ ਲੰਬਾ ਨਹੀਂ, ਟਾਈਮ ਵੀ ਨਹੀਂ ਲਵਾਂਗਾ ਕਿਉਂਕਿ ਆਪਣਾ ਟਾਈਮ ਖਤਮ ਵੀ ਹੋਣ ਵਾਲਾ ਮੈਨੂੰ ਲੱਗਦਾ। ਜੀ। ਮੇਰਾ ਇਸ਼ੂ ਇਹ ਹੈ ਕਿ ਅਸੀਂ ਜਦ ਵੀ ਕੋਈ ਕੰਮ ਕਰਦੇ ਹਾਂ, ਅਸੀਂ ਇਹ ਦੇਖਣਾ ਹੁੰਦਾ ਵੀ ਉਹਦਾ ਆਪਾਂ ਨੂੰ ਕੋਈ ਫਾਇਦਾ ਹੋਇਆ ਕਿ ਨਹੀਂ। ਚਲੋ ਕਰ ਲਿਆ ਆਪਾਂ ਨੇ, ਠੀਕ ਹੈ, ਉਸ ਤੋਂ ਅਗਲੇ ਕੰਮ ਤੋਂ ਫਿਰ ਆਪਾਂ ਦਿਸ਼ਾ ਤੈਅ ਕਰਦੇ ਹਾਂ। ਅਸੀਂ ਰੋਜ਼ ਹੀ ਜਿਹੜਾ ਪੜ੍ਹਦਾ ਸਵਾਲ ਕੱਢਦਾ, ਉਹ ਦੇਖਦਾ ਯਾਰ ਆਹ ਤਾਂ ਗਲਤ ਹੋ ਗਿਆ ਸੀ, ਜਾਂ ਮੈਂ ਲੰਬੇ ਤਰੀਕੇ ਨਾਲ ਕੱਢਿਆ, ਹੁਣ ਮੈਂ ਛੋਟੇ ਤਰੀਕੇ ਨਾਲ ਕੱਢਾਂ, ਐਤਕੀ ਮੈਂ ਪੇਪਰ ਚਾਹ ਕਰ ਰਿਹਾ। ਹਰ ਜਗ੍ਹਾ ਤੇ ਆਪਾਂ ਅਵੈਲੂਏਟ ਕਰਦੇ ਹਾਂ, ਮੁਲਾਂਕਣ ਕਰਦੇ ਹਾਂ। ਕੰਮ ਕੋਈ ਹੋ ਗਿਆ, ਇਸੇ ਤਰ੍ਹਾਂ ਹੀ ਅਸੀਂ ਸਰਜਰੀ ਕਰਦੇ ਹਾਂ, ਉਹਦਾ ਮੁਲਾਂਕਣ ਕਰਦੇ ਹਾਂ ਵੀ ਇਹ ਮਰੀਜ਼ ਠੀਕ ਵੀ ਹੋਇਆ ਕਿ ਨਹੀਂ। ਐਵੇਂ ਅਸੀਂ ਚਾਕੂ ਚਲਾਈਏ, ਉਹਦਾ ਕੀ ਫਾਇਦਾ ਜੇ ਮਰੀਜ਼ ਨੇ ਠੀਕ ਹੀ ਨਹੀਂ ਹੋਣਾ, ਜਾਂ ਉਹਨੂੰ ਜਿੰਨਾ ਕਰਿਆ ਉਦੋਂ ਜ਼ਿਆਦਾ ਗੜਬੜ ਹੋ ਗਈ, ਉਹਦਾ ਤਾਂ ਕੋਈ ਫਾਇਦਾ ਨਹੀਂ ਹੈ।
ਅਸੀਂ ਕਹੇ ਜੀ ਬੜਾ ਵਧੀਆ ਆਪਰੇਸ਼ਨ ਕਰਿਆ ਜੀ, ਬੜੀ ਵੱਡੀ ਮਸ਼ੀਨ ਸੀ, ਉਹਦਾ ਕੋਈ ਫਾਇਦਾ ਨਹੀਂ। ਸੋ ਜੇ ਅਸੀਂ ਇਸ ਅੰਦੋਲਨ ਨੂੰ ਦੇਖੀਏ, ਕਿਉਂਕਿ ਇਸ ਅੰਦੋਲਨ ਤੇ ਕਨਸਨਟ੍ਰੇਟ ਕਰਨਾ ਚਾਹੁੰਦੇ ਹਾਂ, ਫਿਰ ਅਸੀਂ ਆਪਣੇ ਪਾਸਟ ਦੇ ਅੰਦੋਲਨ ਨੂੰ ਦੇਖੀਏ ਤਾਂ 2-3 ਗੱਲਾਂ ਆਪਣੇ ਸਾਹਮਣੇ ਨੇ। ਆਪਾਂ ਨੇ ਜਿਹੜਾ 26 ਤਰੀਕ ਤੋਂ ਪਹਿਲਾਂ ਇਹ ਅੰਦੋਲਨ ਚੱਲ ਰਿਹਾ ਸੀ ਕਿਸਾਨੀ ਦਾ, ਪਹਿਲਾਂ ਪੰਜਾਬ 'ਚ, ਫਿਰ ਬਾਕੀ ਜਗ੍ਹਾ ਤੇ ਚੱਲਿਆ। ਉਸ ਅੰਦੋਲਨ ਦਾ ਪੂਰੀ ਦੁਨੀਆ ਚਰਚਾ ਸੀ ਜਾਂ ਨਹੀਂ ਸੀ, ਕੋਈ ਦੇਖ ਲਓ। ਉਹਦੇ ਉੱਤੇ ਸਰਕਾਰ ਜਿਹੜੀ ਸੀ ਉਹ ਅਟੈਕ ਨਹੀਂ ਕਰ ਸਕਦੀ ਸੀ। ਸੁਪਰੀਮ ਕੋਰਟ ਨੇ ਵੀ ਕਿਹਾ ਸ਼ਾਂਤ ਹੋਈ ਹੈ, ਗਏ ਤਾਂ ਸੀਗੇ ਨਾ ਵੀ ਇਹਨੂੰ ਚੁਕਾਓ ਉਰੋਂ, ਠੀਕ ਹੈ। ਫਿਰ ਉਹਦੇ ਵਿੱਚ ਇਹ ਵੀ ਸੀ ਕਿ BJP ਐਜ਼ ਏ ਪਾਰਟੀ ਵੀ ਸਿੱਧਾ ਹਮਲਾ ਨਹੀਂ ਕਰ ਸਕਦੀ ਸੀ, ਉਹ ਲੁਕਵੇਂ ਬੰਦੇ ਭੇਜਦੀ ਸੀ ਵਿੱਚ ਪੈਨੀਟ੍ਰੇਟ ਕਰਨ ਵਾਸਤੇ। ਉਹ ਫੜੇ ਗਏ ਨੇ ਕਿੰਨੇ ਵਾਰੀ, ਇਹ ਵੀ ਸੱਚ ਹੈ। ਪਰ ਜਦ 26 ਤਰੀਕ ਦੀ ਘਟਨਾ ਹੋ ਗਈ, ਉਦੋਂ ਬਾਅਦ ਆਪਾਂ ਨੂੰ ਪਤਾ ਵੀ ਅੰਦੋਲਨ ਕਿਵੇਂ ਥੱਲੇ ਡਿੱਗਿਆ ਸੀ, ਕਿਵੇਂ ਲੋਕਾਂ ਦਾ, ਆਮ ਲੋਕਾਂ ਦਾ ਜਿਹੜਾ ਸੀਗਾ ਵੀ ਬਹੁਤ ਵਧੀਆ ਬਹੁਤ ਵਧੀਆ, ਉਹ ਡਰ ਗਏ ਸੀ ਵੀ ਯਾਰ ਇਹ ਪਤਾ ਨਹੀਂ ਕੀ ਹੋ ਜਾਊਗਾ। ਇੱਕ ਤਾਂ ਇਹ ਹੋਇਆ, ਚਲੋ ਛੱਡੋ ਅੰਦੋਲਨ ਦੀ ਗੱਲ, ਵੀ ਅੰਦੋਲਨ ਨਾਲ ਕੀ ਹੋਇਆ। ਹੁਣ ਜਿਨ੍ਹਾਂ ਨੇ ਇਹ ਸੋਚਿਆ ਹੋਊਗਾ ਵੀ ਅਸੀਂ ਇੰਡੀਅਨ ਸਟੇਟ ਨੂੰ, ਅਸੀਂ ਭਾਰਤ ਸਰਕਾਰ ਨੂੰ ਜਾਂ ਭਾਰਤ ਦੀ ਸਟੇਟ ਨੂੰ ਥੱਲੇ ਲਾ ਲਿਆ, ਕੀ ਭਾਰਤ ਦੀ ਸਟੇਟ ਥੱਲੇ ਲੱਗੀ ਆ? ਇਹ ਆਪਾਂ ਦੇਖ ਲਈਏ। ਪੁਲਿਸ ਉੱਥੇ ਜਾਂਦੀ ਰਹੀ, ਹੋਰ ਉੱਥੇ ਜਾਂਦੀ ਰਹੀ। ਭਾਰਤ ਦੀ ਸਟੇਟ ਉਦੋਂ ਵਿਡਰਾ ਕਰੀ ਹੈ ਜਦ ਟਕੈਤ ਸਾਹਿਬ ਨੇ ਕਿਹਾ ਵੀ ਮੈਂ ਬੈਠਾ, ਤੁਸੀਂ, ਮੈਂ ਇੱਥੇ ਸੁਈਸਾਈਡ ਬੇਸ਼ੱਕ ਹੋ ਜੇ ਮੇਰਾ, ਤੇ ਮੈਂ ਜਾਣਾ ਨਹੀਂ ਉਰੋਂ। ਉਹ ਸਟੇਟ ਉਦੋਂ ਹਿੱਲੀ ਹੈ, ਪਹਿਲਾਂ ਸਟੇਟ ਹਿੱਲੀ ਨਹੀਂ ਬਲਕਿ ਤਕੜੀ ਹੋ ਗਈ ਸੀ। ਸੋ ਅਸੀਂ ਸਟੇਟ ਨੂੰ ਚੈਲੰਜ ਤਾਂ ਸਾਡਾ ਹੋਇਆ ਹੀ ਨਾ। ਫਿਰ ਸਟੇਟ ਇੰਨੀ ਤਕੜੀ ਕਰਤੀ ਅਸੀਂ 400 ਬੰਦਾ ਜਿਹੜਾ ਹੈ ਉਹ ਜੇਲ੍ਹਾਂ 'ਚ ਬੈਠਾ ਹੈ, ਕਈਆਂ ਦੀਆਂ ਜਵਾਨਤਾਂ ਤੇ। ਸਾਡਾ ਇੱਕ ਨਵਾਂ ਵਿਆਹ 'ਚ ਨਵਾਂ ਬੀਜ ਦਾ ਦੇਖਾ ਪਾਤਾ ਵੀ ਹੁਣ ਅਸੀਂ ਜਵਾਨਤਾਂ ਤੇ ਤੁਰੇ ਹੋਏ ਹਾਂ। ਹੁਣ ਕਾਹਲੀ ਹੈ ਕਈ ਮਾਪਿਆਂ ਨੂੰ ਵੀ, ਸਾਡੇ ਕਾਹਲੀ ਹੋਣੀ ਵੀ ਜ਼ਰੂਰੀ ਹੈ। ਜਿਹਦਾ ਨੌਜਵਾਨ ਪੁੱਤ ਅੰਦਰ ਬੈਠਾ ਹੈ ਉਹਦੀ ਤੇ ਚਿੰਤਾ ਵੱਧ ਜਾਂਦੀ ਹੈ ਵੀ ਕਿਤੇ ਕੁੱਟ ਕੇ ਨਾ ਮਾਰ ਦੇਣ, ਕਿਉਂਕਿ ਸਟੇਟ ਦੇ ਉੱਤੇ ਵਿਸ਼ਵਾਸ ਹੀ ਨਹੀਂ ਹੈ ਲੋਕਾਂ ਨੂੰ। ਸੋ ਉਹਨਾਂ ਦੀਆਂ ਜਵਾਨਤਾਂ ਕਰਾਉਣੀਆਂ, ਹੋਰ ਕਰਾਉਣੀ, ਇੱਕ ਨਵਾਂ ਕੰਮ ਆਪਾਂ ਵਿੱਢ ਲਿਆ। ਇਹ ਕੰਮ ਤਾਂ ਆਪਾਂ ਕਰਨ ਨਹੀਂ ਗਏ ਸੀਗੇ। ਸੋ ਇਸ ਤੋਂ ਅੱਗੇ ਕੀ ਹੈ, ਕੋਈ ਕਹੇ ਵੀ ਇਹ ਸਿੱਖਾਂ ਦੀ ਬੜੀ ਇੱਜ਼ਤ ਹੋਈ ਹੈ, ਇਹ ਦੱਸ ਦਈਏ ਆਪਾਂ ਵੀ ਸਿੱਖਾਂ ਦੀ ਕਿੰਨੀ ਕੁ ਇੱਜ਼ਤ ਹੋਈ ਹੈ। ਜਿਹੜੀ ਇੱਜ਼ਤ ਬਣੀ ਹੋਈ ਸੀ ਪੂਰੀ ਦੁਨੀਆ ਦੇ ਵਿੱਚ, ਉਹ ਘਟੀ ਹੈ, ਵਧੀ ਨਹੀਂ। ਇਹ ਦੇਖ ਲੈਣਾ ਆਪੇ ਅਸੈਸ ਕਰਕੇ। ਫਿਰ ਆਪਾਂ ਕੀ, ਪੰਜਾਬੀਆਂ ਦੀ ਬੜੀ ਇੱਜ਼ਤ ਹੋਈ ਹੈ, ਉਹਦਾ ਆਪਾਂ ਦੇਖ ਲਓ ਵੀ ਕਿੰਨੀ ਕੁ ਹੋਈ ਹੈ। ਸੋ ਜੇ ਆਪਾਂ ਆਖੇ ਵੀ ਖਾਲਿਸਤਾਨ ਦੀ ਹੋਈ ਹੈ, ਆਪਾਂ ਇਹ ਮੰਨ ਲਓ ਵੀ ਇਹਦੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਹੋਈ ਹੈ, ਉਹ ਦੱਸ ਦੇਣ ਵੀ ਖਾਲਿਸਤਾਨ ਦੇ ਪੱਧਰ ਦੇ ਉੱਤੇ ਕਿੰਨੀ ਕੁ ਪ੍ਰਾਪਤੀ ਹੋਈ ਹੈ। ਸੋ ਜੇ ਆਪਾਂ ਨੂੰ ਕੋਈ ਪ੍ਰਾਪਤੀ ਨਹੀਂ ਹੋਈ, ਲਾਸ ਜ਼ਿਆਦਾ ਹੋ ਗਿਆ। ਮੈਂ ਕਹਿੰਦਾ ਬਰਾਬਰ ਵੀ ਰਹਿ ਜਾਂਦੇ, ਕੋਈ ਗੱਲ ਨਹੀਂ ਸੀ। ਪ੍ਰਾਪਤੀ ਹੋਈ ਨਹੀਂ, ਲਾਸ ਜ਼ਿਆਦਾ ਹੋ ਗਿਆ। ਆਪੇ ਅਸੈਸ ਕਰ ਲੈਣ ਸਾਡੇ ਸਾਰੇ ਯੂਥ। ਆ ਇੱਕ ਲਾਈਨ ਨੇ, ਤੁਸੀਂ ਦੇਖੋ 2-3 ਲਾਈਨਾਂ ਬਹੁਤ ਹੀ ਇੰਪੋਰਟੈਂਟ ਨੇ ਇਸ ਸਟਰਗਲ ਦੇ ਦੌਰਾਨ। ਇੱਕ ਟਕੈਤ ਸਾਹਿਬ ਦਾ ਕਹਿਣਾ ਕਿ ਮੈਂ ਸ਼ਹੀਦੀ ਮੇਰੀ ਇੱਥੇ, ਮੈਂ ਸੁਈਸਾਈਡ ਬੇਸ਼ੱਕ ਕਰਨਾ, ਮੈਂ ਇਹਨਾਂ ਨੂੰ ਕਦੇ ਨਹੀਂ ਛੱਡ ਕੇ ਜਾਣਾ। ਉਸ ਲਾਈਨ ਨੇ ਆਪਾਂ ਨੂੰ ਪਤਾ ਕਿੰਨਾ ਜ਼ਿਆਦਾ ਅੰਦੋਲਨ ਨੂੰ ਬਲ ਦਿੱਤਾ। ਠੀਕ ਹੈ। ਇੱਕ ਆ ਦਿਸ਼ਾ ਰਵੀ ਨੇ ਜਦ ਕਿਹਾ ਵੀ ਜੇ ਕਿਸਾਨਾਂ ਦੇ ਹੱਕ 'ਚ ਬੋਲਣਾ ਕੋਈ ਗੁਨਾਹ ਹੈ ਤਾਂ ਫਿਰ ਮੈਂ ਜੇਲ੍ਹ 'ਚ ਹੀ ਚੰਗੀ। ਕਿਹਾ ਨਾ, ਇੱਕ ਸੈਂਟੈਂਸ ਹੈ ਇਹ, 22 ਸਾਲ ਦੀ ਕੁੜੀ ਦਾ ਇੱਕ ਸੈਂਟੈਂਸ ਹੈ ਜੇਲ੍ਹ 'ਚ ਬੈਠੀ ਦਾ। ਇਹ ਸੈਂਟੈਂਸ ਨੇ ਕਿੰਨਾ ਮੋਟੀਵੇਟ ਕਰਿਆ, ਕਿੱਥੇ ਤੱਕ ਗਿਆ ਇਹ ਅੰਦੋਲਨ। ਸੋ ਅੰਦੋਲਨ ਐ ਨਹੀਂ ਹੁੰਦਾ ਵੀ ਤੁਸੀਂ ਬੜਾ ਚੱਕਮਾ ਐਕਸ਼ਨ ਕਰਤਾ ਜਾਂ ਨਾ ਕਰਤਾ। ਐਕਸ਼ਨ ਜਿਹੜਾ ਮਰਜ਼ੀ ਹੋਵੇ, ਤੁਸੀਂ ਜੇ ਕਰ ਵੀ ਲਿਆ ਕੋਈ ਐਕਸ਼ਨ, ਉਸ ਨੂੰ ਦੁਬਾਰਾ ਵੈਲਿਊਏਟ ਕਰੋ ਵੀ ਆਪਾਂ ਇਹ 'ਚੋਂ ਖੱਟਿਆ ਕੀ। ਆਪਾਂ, ਮੈਂ ਦੀਪ ਸਿੱਧੂ ਦਾ ਦੇਖ ਰਿਹਾ ਸੀ ਵੀ ਉਹ ਵਿਚਾਰਾ ਨੰਗੇ ਪੈਰੀਂ ਤੁਰਿਆ ਫਿਰਦਾ ਹੈ, ਉਹਦੇ ਨਾਲ ਐਂ ਕਰ ਰਹੇ ਨੇ, ਇਹ ਕਰ ਰਹੇ ਨੇ। ਆਪਾਂ ਦੀਪ ਸਿੱਧੂ ਨੇ ਇਸ ਵਾਸਤੇ, ਉਹਨਾਂ ਦੇ ਮਾਂ-ਬਾਪ ਨੇ ਇਸ ਵਾਸਤੇ ਜੰਮਿਆ ਸੀ ਵੀ ਉਹਦੇ ਨਾਲ ਐਂ ਹੁਣ ਉਹਨਾਂ ਨੇ ਜੋ ਵੀ ਕਰਿਆ। ਹਾਲਾਂਕਿ ਮੈਂ ਇਹ ਵੀ ਕਹਿਣ ਨੂੰ ਤਿਆਰ ਹਾਂ ਵੀ ਲਾਲ ਕਿਲੇ ਤੇ ਕਿਸੇ ਨੇ ਵਾਇਲੈਂਸ ਕੋਈ ਨਹੀਂ ਕਰੀ। ਇੰਡੀਅਨ ਸਟੇਟ ਕਿਉਂਕਿ ਜਾਣ ਕੇ ਕਰਨਾ ਚਾਹੁੰਦੀ ਹੈ। ਹੁਣ ਦੋਹਾਂ 'ਚ ਫਰਕ ਕਿੱਥੇ ਹੈ? ਫਰਕ ਇਹ ਹੈ ਵੀ ਲਾਲ ਕਿਲੇ ਦੀ ਘਟਨਾ ਵਾਲੇ ਜਿਹੜੇ ਬੰਦੇ ਨੇ, ਉਹਨਾਂ ਨੂੰ ਜ਼ਮਾਨਤ ਬਹੁਤ ਔਖੀ ਮਿਲ ਰਹੀ ਹੈ। ਠੀਕ ਹੈ ਕਿ ਨਹੀਂ? ਇਹ ਦਿਸ਼ਾ ਰਵੀ ਤੇ ਜੀ ਤੇ ਬਹੁਤ ਵੱਡਾ ਕੇਸ ਬਣਾਇਆ ਸੀ, ਰਿਮਾਂਡ ਲੈ ਕੇ ਜ਼ੋਰ ਲਾ ਲਿਆ, 8 ਦਿਨ 'ਚ ਜ਼ਮਾਨਤ ਮਿਲੀ ਹੈ ਉਹਨਾਂ ਨੂੰ। 26 ਦਿਨ ਹੋ ਗਏ, ਮਹੀਨਾ ਹੋ ਗਿਆ, 26 ਕਿਉਂ, ਮਹੀਨਾ ਹੋਣ ਵਾਲਾ ਹੋ ਗਿਆ। 1 ਮਹੀਨੇ 'ਚ ਜ਼ਮਾਨਤ ਨਹੀਂ ਮਿਲੀ ਕਈਆਂ ਨੂੰ, ਇੱਥੇ ਮਿਲ ਗਈ ਨਾ 8 ਦਿਨਾਂ 'ਚ। ਕਿਉਂ ਹੈ? ਔਰ ਇਹ ਉਦੋਂ ਵੱਡਾ ਕੇਸ ਸੀ, ਇਹ ਵੱਡਾ ਕੇਸ ਸੀ ਉਹਦੇ ਉੱਤੇ, ਔਰ ਉਹਦੇ ਵਿੱਚ ਬੰਦੇ ਬਹੁਤ ਜ਼ਿਆਦਾ ਇਨਵੋਲਵ ਨੇ। ਇਹ ਵਿਚਾਰੀ ਇਕੱਲੀ, ਕਹਿ ਲਓ 1-2 ਬੰਦੇ ਸੀਗੇ, ਇਕੱਲੀ ਫੜੀ ਹੋਈ। ਸੋ ਇਸ ਕਰਕੇ ਆਪਾਂ ਨੂੰ ਐਂ ਸਮਝਣਾ ਪਊਗਾ। ਔਰ ਇਹਦੇ ਵਾਸਤੇ ਬਹਾਨੇ ਬੜੇ ਸੀ ਉਹਨਾਂ ਕੋਲੇ। ਅਸੀਂ ਜੀ ਸ਼ਾਂਤਨੂ ਨੂੰ ਵਿੱਚ ਬਿਠਾ ਕੇ ਅਸੀਂ ਮੂੰਹੋਂ ਦੂਹੀ ਗੱਲ ਕਰਾਉਣੀ ਹੈ, ਅਸੀਂ ਸਾਹਮਣੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਆਪਾਂ ਇਹ ਦੇਖੀਏ ਵੀ ਜਿਹੜੇ ਨੌਜਵਾਨ ਗਏ ਵੀ ਉੱਥੇ, ਉਹਨਾਂ ਨੇ ਕੀ ਖੱਟਿਆ। ਜੇ ਦੀਪ ਸਿੱਧੂ ਨੂੰ ਆਏ ਮਾਰੀ ਫਿਰਨਾ ਪੈਣਾ, ਜੇ ਜੁਡੀਸ਼ੀਅਲ ਕਸਟਡੀ 'ਚ ਇੰਨੀ ਦੇਰ ਰਹਿਣੀ ਹੈ, ਦੀਪ ਸਿੱਧੂ ਇਸ ਵਾਸਤੇ ਨਹੀਂ ਹੈ। ਜੇ ਲੱਖਾ ਸਿਧਾਣਾ ਇਸ ਤੇ ਵੀ ਚਲੋ ਨਹੀਂ ਫੜੇ, ਵੱਖਰੀ ਗੱਲ ਹੈ, ਅਜੇ ਤੱਕ ਫੜਿਆ ਗਿਆ। ਪਰ ਜੇ ਫੜ ਕੇ ਕੱਲ੍ਹ ਨੂੰ ਉਹਦੀ ਬੇਲ ਨਹੀਂ ਹੋਣੀ ਮਹੀਨਾ, ਤੇ ਲੱਖਾ ਸਿਧਾਣਾ ਇਸ ਵਾਸਤੇ ਨਹੀਂ ਹੈ। ਸੋ ਸਾਨੂੰ ਐਂ ਦੇਖਣਾ ਪਊਗਾ ਕਿ ਜਿਹੜੇ ਵੀ ਅਸੀਂ ਸਟੈਪ ਲੈਂਦੇ ਹਾਂ, ਉਹ ਸਟੈਪ ਹੁਕਮਰਾਨ ਦੇ ਉਲਟ ਜਾਣ, ਸਾਡੇ ਅੰਦੋਲਨ ਨੂੰ ਤਕੜਾ ਕਰਨ।
ਇਹ ਆਪੇ ਫੈਸਲਾ ਕਰ ਸਕਦੇ ਨੇ ਸਾਰੇ ਬੰਦੇ। ਜਿਹੜਾ ਸਟੈਪ ਹੁਕਮਰਾਨ ਨੂੰ ਤਕੜਾ ਕਰਦਾ ਹੈ, ਉਹਦੇ ਵੱਲੋਂ ਰਿਪਰੈਸ਼ਨ ਨੂੰ ਤਕੜਾ ਕਰਦਾ ਸਾਡੇ ਤੇ ਸਾਨੂੰ ਕਮਜ਼ੋਰ ਕਰਦਾ ਹੈ, ਜਾਂ ਵਿਅਕਤੀਗਤ ਜਾਂ ਸਮੂਹਿਕ ਰੂਪ 'ਚ ਜਾਂ ਅੰਦੋਲਨ ਨੂੰ, ਉਹ ਸਟੈਪ ਨਾ ਲਿਆ ਜਾਵੇ। ਹੁਣ ਇਹ ਗੱਲ ਤਾਂ ਉਹ ਆਪੇ ਜਿਹੜੇ ਅੰਦੋਲਨ 'ਚ ਹਿੱਸਾ ਲੈ ਰਹੇ ਉਹੀ ਲੈਣਗੇ ਨਾ, ਮੈਂ ਤਾਂ ਨਹੀਂ ਨਾ ਕਹਿ ਸਕਦਾ ਉਰੇ ਬੈਠ ਕੇ। ਮੈਂ ਤਾਂ ਸਟੈਪ ਹੋਏ ਤੋਂ ਬਾਅਦ ਮਾੜਾ ਮੋਟਾ ਦੱਸ ਸਕਦਾ, ਪਰ ਉਹ ਤਾਂ ਪਹਿਲਾਂ ਵੀ ਦੇਖ ਸਕਦੇ ਨੇ, ਕਿਉਂਕਿ ਉਹ ਤਾਂ ਵਿੱਚ ਖਿਡਾਰੀ ਨੇ, ਉਹ ਤਾਂ ਮੈਦਾਨ 'ਚ ਨੇ। ਸੋ ਇਸ ਕਰਕੇ ਸਾਨੂੰ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਉਹੋ ਜਿਹੇ ਕਦਮ ਚੁੱਕੀਏ ਜਿਹੜੇ ਕਦਮ ਅੰਦੋਲਨ ਨੂੰ ਤਕੜਾ ਕਰਾਂ। ਕੱਲ ਜਿਹੜਾ ਪਗੜੀ ਸੰਭਾਲ ਜੱਟਾਂ ਦਾ ਹੋਇਆ, ਇਹਨੇ ਜੋ ਲੋਕਾਂ 'ਚ ਜੋਸ਼ ਭਰਿਆ, ਇੱਥੇ ਮੈਂ ਚੰਡੀਗੜ੍ਹ 'ਚ ਆਇਆ, ਪੀਲੀਆਂ ਚੁੰਨੀਆਂ ਦਾ ਹੜ ਆਇਆ ਹੋਇਆ ਸੀ। ਬਿਲਕੁਲ। ਅੱਜ ਮੈਂ ਹਰਿਆਣੇ ਦੇ ਗੀਤ ਸੁਣ ਰਿਹਾ ਸੀ, ਹਰਿਆਣੇ ਦੀਆਂ ਬੀਬੀਆਂ ਗਾ ਰਹੀਆਂ ਨੇ ਵੀ ਇਹ ਤਾਂ ਭ੍ਰਿਸ਼ਟਾਚਾਰ ਫੈਲਿਆ ਪਿਆ, ਇਹ ਤਾਂ ਮੋਦੀ ਦੀ ਤਾਂ ਸਰਕਾਰ ਜਾਊਗੀ, ਤੂੰ ਸਾਡੇ ਨਾਲ ਦਗਾ ਕਮਾਇਆ। ਜਦ ਤੁਸੀਂ ਦੇਖਦੇ ਹੋ, ਹਾਲਾਂਕਿ ਉਹ ਵੀ ਤਾਂ ਦਗਾ ਕਮਾਉਣਾ ਕਹਿਣਾ ਕੋਈ ਛੋਟੀ ਗੱਲ ਥੋੜ੍ਹਾ ਹੈ, ਮੋਦੀ ਨੂੰ ਚੈਲੰਜ ਕਰਨਾ, ਪਰ ਉਹ ਇੱਕ ਤਰੀਕੇ ਦਾ ਚੈਲੰਜ ਹੈ। ਸੋ ਤੁਸੀਂ ਇਹੋ ਜਿਹੇ ਗੀਤ, ਇਹੋ ਜਿਹੇ ਐਕਸ਼ਨ, ਇਹੋ ਜਿਹੀਆਂ ਸਲਾਹਾਂ ਉਹ ਕਰੋ, ਇਹੋ ਜਿਹੇ ਮੂਵਮੈਂਟ ਜਿਹਦੇ ਨਾਲ ਅੰਦੋਲਨ ਤਕੜਾ ਹੋਵੇ। ਜੇ ਤੁਸੀਂ ਕੋਈ ਮੂਵਮੈਂਟ ਕਰੀ, ਜਿਵੇਂ ਮੈਂ 2 ਐਗਜ਼ਾਮਪਲਾਂ ਦੇਵਾਂਗਾ ਇਹਦੀਆਂ ਵੀ ਕਿਵੇਂ ਵਾਪਸ ਆਉਣਾ ਹੁੰਦਾ। ਰਾਜੇਵਾਲ ਸਾਹਿਬ ਨੇ ਇੱਕ ਤਾਂ ਨਿਸ਼ਾਨ ਸਾਹਿਬ ਬਾਰੇ ਕਹਿਤਾ ਸੀ, ਨਿੰਗਾ ਬਾਰੇ, ਹਾਲਾਂਕਿ ਕੋਈ ਐਡੀ ਗੱਲ ਨਹੀਂ ਕਹੀ ਸੀ, ਪਰ ਉਹਨਾਂ ਨੇ ਕਿਹਾ ਚਲੋ ਮੈਂ ਵਾਪਸ ਲੈਣਾ ਇਸ ਨੂੰ। ਫਿਰ ਉਹਨਾਂ ਨੇ ਜਿਹੜਾ ਸੀ ਇਹ ਆਪਣਾ ਕਹਿ ਦਿੱਤਾ ਸੀ ਵੀ ਆਹ ਕੀੜੇ ਫਲਾਣਾ ਕੁਛ ਕਹਿਤਾ ਸੀ 26 ਤਰੀਕ ਤੋਂ ਬਾਅਦ, ਉਹਨਾਂ ਕਿਹਾ ਹੁਣ ਮੈਂ ਵਾਪਸ ਲੈਣਾ, ਕਿਉਂਕਿ ਨਹੀਂ ਕਹਿਣਾ ਚਾਹੀਦਾ ਸੀ। ਕੋਈ ਐ ਨਹੀਂ ਆ ਵੀ ਅਸੀਂ ਹੋਰ ਉਹਨਾਂ ਨੇ ਬਿਆਨ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਗੰਡਾਸੇ ਚੱਕ ਲੈਣਗੇ ਜੱਟ। ਹਾਂ, ਵੀ ਉਹ ਸ਼ਬਦ ਵਾਪਸ ਲੈਣ, ਕਿਉਂਕਿ ਉਹ ਤਾਂ ਇੰਡੀਅਨ ਸਟੇਟ ਨੇ ਕਰਾਇਆ, ਉਹਦੇ 'ਚ ਕੋਈ ਗੁੰਮਰਾਹ ਹੋ ਕੇ ਚਲਾ ਗਿਆ, ਕੋਈ ਕਿਸੇ ਨੂੰ ਏਜੰਟ ਬਣਾ ਲਿਆ ਉਹਨਾਂ ਨੇ, ਕੋਈ ਆਪਣੇ ਹੰਕਾਰ 'ਚ ਚਲਾ ਗਿਆ, ਕਿਸੇ ਨੂੰ ਮਿਸਗਾਈਡ ਕਰਕੇ ਲੈ ਗਏ, ਕਿਸੇ ਨੂੰ ਗਰਮੀ ਦਵਾ ਕੇ ਲੈ ਗਏ, ਉਹ ਜਿਵੇਂ ਮਰਜ਼ੀ ਗਏ। ਉਹਨਾਂ ਨੇ ਕੋਈ ਨਾ ਤਾਂ ਉੱਥੇ ਵਾਇਲੈਂਸ ਕਰੀ ਹੈ, ਇੰਡੀਅਨ ਸਟੇਟ ਦਾ ਇੰਟਰਸਟ ਸੀ ਅਸਲ 'ਚ। ਉਹਨਾਂ ਦਾ ਇੰਟਰਸਟ ਥੋੜ੍ਹਾ ਸੀ ਨੌਜਵਾਨਾਂ ਦਾ ਜਿਹੜੇ ਉੱਥੇ ਗਏ ਨੇ ਜਾਂ ਕਿਸਾਨ ਗਏ ਨੇ, ਉਹਨਾਂ ਦਾ ਇੰਟਰਸਟ ਨਹੀਂ ਸੀ ਅੰਦੋਲਨ ਨੂੰ ਤੋੜਨਾ, ਉਹਨਾਂ ਦਾ ਇੰਟਰਸਟ ਅੰਦੋਲਨ ਨੂੰ ਤਕੜਾ ਕਰਨਾ ਸੀ। ਇੰਡੀਅਨ ਸਟੇਟ ਦਾ ਇੰਟਰਸਟ ਸੀ ਕਿ ਅੰਦੋਲਨ ਟੁੱਟੇ। ਸੋ ਇਸ ਕਰਕੇ ਜਿਹਦਾ ਇੰਟਰਸਟ ਆ ਉਹਨੂੰ ਤੋੜਨਾ, ਜਿਹੜੀ ਲੀਡਰਸ਼ਿਪ ਹੁੰਦੀ ਆ ਉਹ ਉਸ ਨੂੰ ਹਿੱਟ ਕਰਦੀ ਹੈ ਕਿ ਤੁਸੀਂ ਇਹ ਕਰਿਆ ਖਰਾਬ, ਚਾਹੇ ਉਹ ਸਾਡੇ ਬੱਚੇ ਨੂੰ ਚੁੱਕ ਕੇ ਕਰਿਆ ਹੋਵੇ। ਸੋ ਇਹ ਗੱਲਾਂ ਜਦ ਆਪਾਂ ਕੋਈ ਕੰਮ ਕਰਦੇ ਹਾਂ, ਮੈਂ ਆਖਰ ਗੱਲ ਇਹੀ ਕਹਾਂਗਾ, ਜਦ ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹਨੂੰ ਅਸੀਂ ਇਵੈਲੂਏਟ ਕਰਨਾ ਹੁੰਦਾ। ਇਵੈਲੂਏਟ ਕਰਕੇ ਜੇ ਤਾਂ ਉਹਦੇ ਚੋਂ ਸਾਨੂੰ ਲੱਗੇ ਵੀ ਅਸੀਂ ਕੋਈ ਪ੍ਰਾਪਤੀ ਕਰ ਲਈ ਤਾਂ ਮੁੜ ਕੇ ਉਸੇ ਤਰ੍ਹਾਂ ਕਰੀਏ। ਜੇ ਸਾਨੂੰ ਲੱਗੇ ਪ੍ਰਾਪਤੀ ਨਹੀਂ ਹੋਈ ਕਿ ਅਸੀਂ ਨੁਕਸਾਨ ਜ਼ਿਆਦਾ ਉਠਾ ਬੈਠੇ, ਤਾਂ ਉਹ ਤੋਂ ਮੁੜਨ 'ਚ ਕੋਈ ਹੇਠੀ ਨਹੀਂ ਹੁੰਦੀ। ਅਸੀਂ ਲਾਸਟ ਗੱਲ ਮੈਂ ਕਹਿਣਾ, ਮੈਂ ਐਜ਼ ਏ ਸਰਜਨ, ਜੇ ਮੇਰੇ ਕੋਲ ਮਰੀਜ਼ ਆ ਕੇ ਦੱਸਦਾ ਹੈ ਕਿ ਜੇ ਮੈਨੂੰ ਲੱਗੇ ਵੀ ਆਪਰੇਸ਼ਨ 'ਚ ਕਿਤੇ ਗੜਬੜ ਹੋ ਗਈ, ਤੇ ਜਿੰਨਾ ਚਿਰ ਮੈਂ ਮੰਨਣ ਨੂੰ ਤਿਆਰ ਨਹੀਂ ਹੁੰਦਾ ਵੀ ਹਾਂ ਇਹ ਗੜਬੜ ਹੋ ਗਈ, ਇਹਨੂੰ ਹੁਣ ਫਿਰ ਮੈਂ ਠੀਕ ਕਿਵੇਂ ਕਰੂੰ? ਮੈਂ ਠੀਕ ਕਰ ਹੀ ਨਹੀਂ ਸਕਦਾ ਜਿੰਨਾ ਚਿਰ ਮੈਂ ਉਹਨੂੰ ਇਵੈਲੂਏਟ ਨਹੀਂ ਕਰਦਾ, ਕਿ ਇਹ ਦੇਖਦਾ ਨਹੀਂ ਤੇ ਉਹਦੀ ਗੱਲ ਨਹੀਂ ਸੁਣਦਾ ਮਰੀਜ਼ ਦੀ। ਉਹਨੂੰ ਇਹ ਥੋੜ੍ਹਾ ਕਹਿ ਦੂੰਗਾ ਮੈਂ ਵੀ ਤੈਨੂੰ ਕਿਹੜਾ ਡਾਕਟਰੀ ਆਉਂਦੀ ਹੈ, ਤੂੰ ਕਿਹੜਾ ਡਾਕਟਰ ਹੈ। ਪਰ ਉਹਨੂੰ ਇਹ ਤਾਂ ਪਤਾ ਹੀ ਹੈ ਵੀ ਬੱਚੇ ਦੀ ਟੱਟੀ ਨਹੀਂ ਆ ਰਹੀ, ਇਹ ਤਾਂ ਮਾਂ ਨੂੰ ਪਤਾ ਹੀ ਹੈ ਨਾ। ਜੇ ਉਹ ਮੈਨੂੰ ਆ ਕੇ ਦੱਸਦੇ ਨੇ, ਮੈਂ ਉਹਨੂੰ ਇਵੈਲੂਏਟ ਕਰਾਂ। ਸੋ ਇਹ ਅੰਦੋਲਨ ਵੀ ਸਾਇੰਟੀਫਿਕ, ਇਹ ਵਿਗਿਆਨਕ ਹੁੰਦਾ ਤਰੀਕਾ। ਇਹ ਕੋਈ ਐਂ ਨਹੀਂ ਆ ਵੀ ਜਿਵੇਂ ਚੱਕਲੋ ਕਰਕੇ ਹੋ ਜਾਂਦਾ ਹੈ। ਚੱਕਲੋ ਕਰਨ ਵਾਸਤੇ, ਜੋਸ਼ ਦੇਣ ਵਾਸਤੇ ਹੁੰਦੇ ਨੇ ਗੀਤ, ਬਥੇਰੇ ਹੁੰਦੇ ਨੇ, ਉਹ ਵੀ ਚਾਹੀਦੇ ਨੇ। ਪਰ ਇਹਦੇ ਵਿੱਚ ਵੱਡੀ ਗੱਲ ਇਹ ਹੁੰਦੀ ਹੈ, ਭਾਵੇਂ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਸਾਡੇ ਵੱਲ ਦੇਖ ਕੇ ਦਿਖਾਇਓ, ਕਹਿ ਦਿਓ, ਕੋਈ ਹਰਜ ਨਹੀਂ। ਜਿਹੜੇ ਬੰਦੇ ਊਂ ਡਾਂਗਾਂ ਜੀਆਂ ਚੱਕ ਕੇ ਸਾਡੇ ਹਮਲੇ ਕਰਦੇ ਨੇ, ਉਹਨਾਂ ਨੂੰ ਜੇ ਨੌਜਵਾਨ ਖੜੇ ਹੋ ਕਹਿੰਦੇ ਵੀ ਦੇਖੋ ਸਾਡੇ ਬਜ਼ੁਰਗਾਂ ਦੀ ਜੇ ਪੱਗ ਨੂੰ ਹੱਥ ਪਾਓਗੇ ਫਿਰ ਅਸੀਂ ਦੇਖ ਲਾਂਗੇ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਉਂਝ ਆਪਣਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਦੇ ਡਾਂਗ ਮਾਰਨੀਆਂ ਜਾ ਕੇ, ਕਿਉਂਕਿ ਉਹ ਚਾਹੁੰਦੇ ਨੇ ਵੀ ਡਾਂਗ ਮਾਰੋ। ਸੋ ਆਪਾਂ ਨੂੰ ਆਪਦੇ ਐਕਸ਼ਨ ਨੂੰ ਇਵੈਲੂਏਟ ਕਰਨਾ ਜ਼ਰੂਰੀ ਹੈ, ਉਹਦਾ ਮੁਲਾਂਕਣ ਕਰੋ। ਜੇ ਅੰਦੋਲਨ ਨੂੰ ਉਹਦਾ ਫਾਇਦਾ ਹੋਇਆ, ਕਿਉਂਕਿ ਕੋਈ ਵੀ ਬੰਦਾ ਅੰਦੋਲਨ ਨੂੰ ਤਾਂ ਨੁਕਸਾਨ ਨਹੀਂ ਨਾ ਕਰਨਾ ਚਾਹੁੰਦਾ। ਤੁਸੀਂ ਮੈਨੂੰ ਦੱਸੋ, ਜਿਹੜੇ ਬੰਦੇ ਗਏ ਵੀ ਨੇ ਅੰਦਰ, ਜਿਹੜੇ ਬੰਦੇ ਲੱਖੇ ਸਨ, ਤੁਹਾਡੇ ਖਿਆਲ 'ਚ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਨੇ? ਅੰਦੋਲਨ ਨੂੰ ਨਹੀਂ ਇਹ ਖਰਾਬ ਕਰਨਾ ਚਾਹੁੰਦੇ, ਅੰਦੋਲਨ ਤਾਂ ਠੀਕ ਰੱਖਣਾ ਚਾਹੁੰਦੇ ਨੇ। ਫਿਰ ਜੇ ਅੰਦੋਲਨ ਠੀਕ ਨਹੀਂ ਰਿਹਾ ਤੇ ਫਿਰ ਇਹਨਾਂ ਨੂੰ ਸੋਚਣਾ ਪਊਗਾ ਵੀ ਭਾਈ ਇਹ ਗੜਬੜ ਕਿਉਂ ਹੋ ਗਈ। ਇਹ ਗੱਲ ਆਪਾਂ ਨੂੰ ਸੋਚਣੀ ਪਊਗੀ। ਇਹ ਸੋਚ ਕੇ ਆਪਾਂ ਠੀਕ ਹੋ ਲਾਂਗੇ ਕਦੋਂ। ਜੇ ਆਪਾਂ ਇਹਨੂੰ ਇਵੈਲੂਏਟ ਨਹੀਂ ਕਰਾਂਗੇ, ਆਪਾਂ ਕਹਾਂਗੇ ਆਪਣਾ ਤਾਂ ਮਤਭੇਦ ਆ, ਪਤਾ ਹੀ ਜਾਣਾ, ਫਿਰ ਜਾਈ ਜਾਓ ਭਾਈ। ਫਿਰ ਜਿੰਨਾ ਕੁ ਨੁਕਸਾਨ ਕਰ ਦੋਗੇ ਪਹਿਲਾਂ ਕਰਤਾ, ਹੁਣ ਹੋਰ ਹੋ ਜਾਊਗਾ। ਬਸ ਇੰਨੀ ਗੱਲ ਹੈ ਜੀ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ। ਸ਼ੁਕਰੀਆ ਜੀ, ਬਹੁਤ ਬਹੁਤ ਜੀ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ। ਨੌਜਵਾਨਾਂ ਦੇ ਲਈ ਇੱਕ ਖਾਸ ਪ੍ਰੋਗਰਾਮ ਦੇ ਦੌਰਾਨ ਅਸੀਂ ਚਰਚਾ ਕੀਤੀ ਹੈ ਕਿ ਕਿਵੇਂ ਦਿਸ਼ਾ ਰਵੀ ਨੇ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਕਿ ਦਿਸ਼ਾ ਦਿੱਤੀ ਹੈ ਨੌਜਵਾਨਾਂ ਨੂੰ
ਅਦਾਲਤ ਨੇ ਜਿਵੇਂ ਸਰਕਾਰ ਨੂੰ ਫਟਕਾਰ ਪਾਈ ਹੈ, ਉਹਦੇ ਨਾਲ ਸਰਕਾਰ ਨੂੰ ਵੀ ਕੰਨ ਹੋ ਗਏ ਹੋਣੇ ਤੇ ਨੌਜਵਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਕਦਮ ਨੂੰ ਅੱਗੇ ਵਧਾ ਕੇ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਣਾ, ਨਾ ਕਿ ਇਹੋ ਜਿਹੇ ਉਹਦੇ ਵਿੱਚ ਹਰਕਤਾਂ ਜਾਂ ਇਹੋ ਜਿਹੇ ਕੋਈ ਐਕਸ਼ਨ ਲਏ ਜਾਣ ਜਿਹਦੇ ਨਾਲ ਅੰਦੋਲਨ ਨੂੰ ਨੁਕਸਾਨ ਪਹੁੰਚੇ। ਇਹੋ ਜਿਹਾ ਕਦਮ ਕਿਸੇ ਨੂੰ ਵੀ ਨਹੀਂ ਚੁੱਕਣਾ ਚਾਹੀਦਾ, ਸਮਝਣਾ ਚਾਹੀਦਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।